सर सॉफ्टबॉल मेरी गेम है ठीक है। ਮੈਡਲਾਂ ਦੀ ਗਿਣਤੀ ਮੈਂ ਅੱਜ ਤੱਕ ਨਹੀਂ ਕਰ ਸਕਿਆ ਕਿਉਂਕਿ ਇੰਨਾ ਸਮਾਂ ਹੀ ਨਹੀਂ ਮਿਲਿਆ ਕਿਉਂਕਿ ਜਦੋਂ ਮੈਡਲ ਜਿੱਤ ਕੇ ਆਉਂਦੇ ਸੀਗੇ ਠੀਕ ਹੈ ਨਾ, ਉਹ ਤੋਂ ਬਾਅਦ ਰੋਟੀ ਦੀ ਫਿਕਰ ਪੈ ਜਾਂਦੀ ਸੀ ਕਿ ਵੀ ਰੋਟੀ ਵੀ ਕਮਾਉਣੀ ਪੈਂਦੀ ਸੀਗੀ। ਮਹੀਨਾ ਮਹੀਨਾ ਦੋ ਦੋ ਮਹੀਨਾ ਕੈਂਪ ਲਗਾ ਕੇ ਠੀਕ ਹੈ ਨਾ, ਤੇ ਜਾ ਕੇ ਤੂੰ ਆਪਣੇ ਇੰਨੇ ਮੈਡਲ ਹਾਸਲ ਕੀਤੇ ਆ। ਤੇ ਹੁਣ ਪੁੱਤ ਇਹ ਜਿਹੜੇ ਰਹਿੰਦੇ 6 ਮਹੀਨੇ ਹੈਗੇ ਸਰਕਾਰ ਦੇ, ਇਹਨਾਂ 6 ਮਹੀਨਿਆਂ ਦੇ ਅੰਦਰ ਨਾ ਤੂੰ ਹੋਰ ਸੰਘਰਸ਼ ਕਰ ਠੀਕ ਹੈ ਨਾ, ਕਿ ਕੈਪਟਨ ਸਾਹਿਬ ਨੂੰ ਮਿਲ, ਚਾਹੇ ਸਪੋਰਟਸ ਮਿਨਿਸਟਰ ਸਾਹਿਬ ਨੂੰ ਮਿਲ, ਤੇ ਜਾ ਕੇ ਗੁਹਾਰ ਲਗਾ ਕੇ ਮੇਰਾ ਹੱਕ ਮੈਨੂੰ ਦੇ ਦਿੱਤਾ ਜਾਵੇ। कि भी हाँ ये बच्चे ने 5 रुपए दिहाड़ी दे कम करके ठीक है ना, उस तो बाद पैडल बना के कारा साफ करके चाह बेच के गड्डियां बेच दाला बेच के फोटोग्राफ्स बेच के ठीक है ना, उस तो बाद मतलब कि ये बच्चा इन्ना अगे आया ठीक है ना। अज उस तो बाद +2 तो बाद ITI की, ITI तो बाद BA BPEd MPEd MPhil तक की, तो MPhil करन तो बाद भी इन्हूं जॉब का जिहड़ा हल नहीं होया, उस तो बाद भी ये जुत्तियां बेचन लग गया रोड ते। ਕੀ ਗੱਲ ਅਸੀਂ ਜਿਹੜੇ ਹੋਰ ਖਿਡਾਰੀ ਜਿਵੇਂ ਪੈਰਾਲੰਪਿਕ ਦੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ ਠੀਕ ਹੈ ਨਾ, ਉਹਨਾਂ ਬੱਚਿਆਂ ਲਈ ਅਸੀਂ ਆਵਾਜ਼ ਉਠਾਉਂਦੇ ਹਾਂ ਕਿ ਵੀ ਹਾਂ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਆ। ਗੱਲ ਪਤਾ ਕੀ ਹੈ ਸਰ, ਕਿ ਵੀ ਹਾਂ ਵੀ ਅਸੀਂ ਇਹ ਨਹੀਂ ਕਿ ਵੀ ਹਾਂ ਵੀ ਤਰਸ ਦੇ ਆਧਾਰ ਤੇ ਕਈਆਂ ਨੂੰ ਨੌਕਰੀ ਦਿੱਤੀ ਗਈ ਠੀਕ ਹੈ ਨਾ। ਕਈ ਬੱਚੇ ਜੀਰੀ ਲਾ ਰਹੇ ਆ, ਕਈ ਝੋਨਾ ਲਾ ਰਹੇ ਆ, ਨੈਸ਼ਨਲ ਗੋਲਡ ਮੈਡਲਿਸਟ ਇੰਟਰਨੈਸ਼ਨਲ 'ਚ ਵੀ ਹੈਗੇ ਆ ਠੀਕ ਹੈ ਨਾ, ਇਹੋ ਜਿਹੇ ਪਲੇਅਰ ਠੀਕ ਹੈ ਨਾ। ਉਹ ਦਿਵਿਆਂਗ ਪਲੇਅਰ, ਵਿਕਲਾਂਗ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਨੂੰ। 125 ਪੋਸਟਾਂ ਕੱਢੀਆਂ ਗਈਆਂ ਸੀਗੀਆਂ, ਬਾਦਲ ਸਰਕਾਰ ਸੀਗੀ ਉਸ ਵੇਲੇ ਠੀਕ ਹੈ, ਤੇ ਉਸ ਵੇਲੇ ਨਾ ਮਤਲਬ ਕਿ ਸਾਡਾ ਨਾਮ ਆਇਆ ਸਬ ਇੰਸਪੈਕਟਰ ਦੀ ਜੌਬ ਦੇ ਲਈ ਠੀਕ ਹੈ। ਲੇਕਿਨ ਜੋ ਆਂਦੇ ਚੋਣ ਜਾਬਤਾ ਲੱਗ ਗਿਆ ਸਰ ਠੀਕ ਹੈ ਨਾ। ਚੋਣ ਜਾਬਤੇ ਦੇ ਵਿੱਚ ਸਰ ਪਤਾ ਨਹੀਂ ਕੀ ਧਾਂਦਲੀ ਹੋਈ ਕਿ ਨਹੀਂ ਹੋਈ ਠੀਕ ਹੈ ਨਾ। ਬਾਕੀਆਂ ਨੂੰ ਮਤਲਬ ਕਿ ਲੈਟਰਸ ਦੇ ਦਿੱਤੀਆਂ ਗਈਆਂ, ਲੇਕਿਨ ਸੌਫਟਬਾਲ ਦੇ ਖਿਡਾਰੀਆਂ ਨੂੰ ਮਤਲਬ ਕਿ ਇਗਨੋਰਿਆ ਗਿਆ ਉਹਦੇ ਵਿੱਚ। ਸਰ ਮੈਂ ਇੱਕ ਹਾਦਸਾ ਤੁਹਾਨੂੰ ਮੈਂ ਦੱਸਦਾ ਵਾਂ ਕਿ ਮੈਂ ਇੱਥੇ ਹੀ ਬੈਠਾ ਸੀਗਾ, ਦੀਵੇ ਦੀ ਰੋਸ਼ਨੀ ਵਿੱਚ ਪੜ੍ਹ ਰਿਹਾ ਸੀਗਾ, ਤੇ ਮੇਰੇ ਫਾਦਰ ਸਾਹਿਬ ਸਾਹਮਣੇ ਬੈਠੇ ਸੀ। ਉਹ ਇੱਥੇ ਗਲੇ ਦਾ ਕੈਂਸਰ ਸੀਗਾ, ਉਹ ਹਰਾ ਰਹੇ ਸੀਗੇ ਦਰਦ ਦੇ ਨਾਲ ਠੀਕ ਹੈ ਨਾ। ਤੇ ਉਹ ਪਤਾ ਹੀ ਕਹਿੰਦੇ ਪੁੱਤ ਸਾਰਾ ਕੁਝ ਛੱਡ, ਮੇਰੇ ਦਰਦ ਬਹੁਤ ਹੁੰਦਾ ਪਿਆ ਠੀਕ ਹੈ ਨਾ, ਤੇ ਮੇਰੇ ਕਹਾੜਾ ਮਾਰ ਕੇ ਨਾ ਮੈਨੂੰ ਇਸ ਜ਼ਿੰਦਗੀ ਤੋਂ ਮੁਕਤ ਕਰ ਦੇ ਠੀਕ ਹੈ ਨਾ। ਤੇ ਉਹਨਾਂ ਨੂੰ ਮਤਲਬ ਕਿ ਬਿਮਾਰੀ ਨੂੰ ਵੀ ਝੱਲ ਰਹੇ ਸੀਗੇ ਠੀਕ ਹੈ ਨਾ। ਉਸ ਤੋਂ ਬਾਅਦ ਮਤਲਬ ਕਿ ਉਸ ਮਤਲਬ ਕਿ ਸਮਾਜ ਦਾ ਜਿਹੜਾ ਆਲਾ ਦੁਆਲਾ ਆ ਉਹਨੂੰ ਵੀ ਝੱਲ ਰਹੇ ਸੀਗੇ। ਬਿਨਾਂ ਲਾਈਟ ਦੇ ਅਸੀਂ ਰਹਿ ਰਹੇ ਸੀ, ਉਹ ਵੀ ਬਰਦਾਸ਼ਤ ਕਰ ਰਹੇ ਸੀਗੇ। ਸਾਰਾ ਕੁਝ ਜਰਦੇ ਹੋਏ ਜੇ ਮੇਰੇ ਮਾਤਾ ਪਿਤਾ ਨੇ ਸੰਘਰਸ਼ ਕੀਤਾ ਆ, ਤੇ ਅੱਜ ਮੈਂ ਉਸ ਸੰਘਰਸ਼ ਨੂੰ ਠੀਕ ਹੈ ਨਾ ਆਪਣੀ ਜੌਬ ਦੇ ਵਿੱਚ ਜਾਂ ਫਿਰ ਉਸ ਮਿਹਨਤ ਦੇ ਵਿੱਚ ਜੇਕਰ ਮੈਂ ਪ੍ਰਮੋਟ ਨਾ ਕਰ ਸਕਿਆ ਤਾਂ ਫਿਰ ਮੇਰੇ ਲਈ ਵੀ ਮਾੜੀ ਗੱਲ ਹੈ। ਸਪੋਰਟਸ ਮਿਨਿਸਟਰ ਨੇ ਸਾਡੇ ਪੰਜਾਬ ਦੇ ਰਾਣਾ ਗੁਰਮੀਤ ਸੋਢੀ, ਉਹਨਾਂ ਦੇ ਵੱਲੋਂ ਉਹ ਵੀ ਸ਼ਾਇਦ ਕਹਿੰਦੇ ਤੁਹਾਡੀ ਗੇਮ ਦੇ ਨਾਲ ਰਿਲੇਟਡ ਉਹਨਾਂ ਦੇ ਕੋਲ ਅਹੁਦਾ ਵੀ ਸੀਗਾ ਇਸ ਗੇਮ ਦੇ ਨਾਲ ਰਿਲੇਟਡ। ਤੇ ਮੈਨੂੰ ਇਸ ਇਲਾਕੇ ਦੇ ਜਿਹੜੇ ਬੱਚੇ ਆ ਨਾ, ਮੈਨੂੰ ਆਪਣਾ ਰੋਲ ਮਾਡਲ ਸਮਝਦੇ ਆ। ਜੇ ਉਹਨਾਂ ਦਾ ਰੋਲ ਮਾਡਲ ਹੀ ਠੀਕ ਹੈ ਨਾ ਅੱਜ ਨਸ਼ਿਆਂ ਵੱਲ ਚੱਲ ਜੇ, ਫਿਰ ਉਹ ਬੱਚੇ ਕੀ ਕਰਨਗੇ। ਲੜਦਾ ਰਵਾਂਗਾ, ਉਹ ਮਾਂ ਨੂੰ ਉਹਦਾ ਹੱਕ ਦਵਾ ਕੇ ਰਵਾਂਗਾ ਠੀਕ ਹੈ ਨਾ। ਜਿਹੜੀ ਮਾਂ ਦੇ ਅੱਖਾਂ ਦੇ ਵਿੱਚ ਸੁਪਨੇ ਨਾ, ਜਿਹਨੇ ਦਿਹਾੜੀ ਮਜ਼ਦੂਰੀ ਕਰਕੇ ਇਹ ਸੋਚ ਕੇ ਪੜ੍ਹਾਇਆ ਆ ਕਿ ਵੀ ਹਾਂ ਵੀ ਮੇਰੇ ਬੱਚੇ ਨੂੰ ਮੈਂ ਅਫਸਰ ਬਣਦਾ ਦੇਖਣਾ ਚਾਹੁੰਦੀ ਹਾਂ, ਤੇ ਅਫਸਰ ਬਣ ਕੇ ਰਵਾਂਗਾ ਬਾਈ ਠੀਕ ਹੈ ਨਾ। ਉਹ ਮਾਂ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਸਰਕਾਰ ਦੇ ਗਲੇ ਦੀ ਹੱਡੀ ਬਣੀਆਂ ਪਈਆਂ ਨੇ। ਵਿਰੋਧੀ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਕਰ ਰਹੇ ਨੇ। ਸਵਾਲ ਇਸ ਲਈ ਵੀ ਕਰ ਰਹੇ ਨੇ ਕਿਉਂਕਿ ਜਦੋਂ ਬੀਤੇ ਦਿਨੀ ਜਿਹੜੇ ਖਿਡਾਰੀ ਸੀਗੇ, ਹੈਂਡੀਕੈਪਟ ਖਿਡਾਰੀ ਸੀਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਤਾਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਨੌਕਰੀਆਂ ਦੀ ਜਗ੍ਹਾ ਡਾਂਗਾ ਦਿੱਤੀਆਂ ਗਈਆਂ। ਬਹੁਤ ਸਾਰੇ ਪੰਜਾਬ ਦੇ ਅਜਿਹੇ ਖਿਡਾਰੀ ਉਹਨਾਂ ਦੇ ਨਾਲ ਹੋਰ ਵੀ ਸਾਹਮਣੇ ਆਏ ਜਿਨ੍ਹਾਂ ਦੇ ਵੱਲੋਂ ਵੱਡੀਆਂ ਚੈਂਪੀਅਨਸ਼ਿਪਸ ਜਿੱਤੀਆਂ ਗਈਆਂ, ਸੈਂਕੜੇ ਮੈਡਲ ਜਿੱਤੇ ਗਏ, ਜਿਨ੍ਹਾਂ ਨੂੰ ਪਿਛਲੀ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਅਫਸਰ ਨੌਕਰੀ ਤੱਕ ਦਾ ਵੀ ਐਲਾਨ ਕਰ ਦਿੱਤਾ ਸੀ। ਪਰ ਅੱਜ ਕਈ ਸਾਲ ਬੀਤ ਜਾਣ ਦੇ ਬਾਵਜੂਦ ਉਹ ਖਿਡਾਰੀ ਆਪਣੀਆਂ ਮਜ਼ਦੂਰੀ ਕਰਕੇ, ਦਿਹਾੜੀਆਂ ਕਰਕੇ ਆਪਣਾ ਰੋਜ਼ੀ ਰੋਟੀ, ਆਪਣਾ ਰੁਜ਼ਗਾਰ ਚਲਾ ਰਹੀਆਂ ਨੇ। ਅੱਜ ਅਜਿਹਾ ਹੀ ਇੱਕ ਖਿਡਾਰੀ ਸਾਡੇ ਨਾਲ ਹੈ, ਸੀਨੀਅਰ ਨੈਸ਼ਨਲ ਦੇ ਵਿੱਚ ਗੋਲਡ ਮੈਡਲਿਸਟ ਹੈ। ਜੇਕਰ ਮੈਂ ਇਹਨਾਂ ਦੇ ਜਿਹੜੇ ਮੈਡਲਸ ਦੀ ਗੱਲ ਕਰਾਂ ਤਾਂ ਘੱਟੋ ਘੱਟ 4 ਤੋਂ 5 ਕਿਲੋ ਦੇ ਮੈਡਲ ਹੀ ਹੋਣਗੇ। ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਮਿਹਨਤ ਤੋਂ ਬਾਅਦ ਇਸ ਬਾਈ ਦੇ ਵੱਲੋਂ ਇਹ ਮੈਡਲ ਜਿੱਤੇ ਹੋਣਗੇ। ਔਰ ਪਿਛਲੀ ਸਰਕਾਰ ਦੇ ਵੱਲੋਂ ਸ਼ਾਇਦ ਇਹਨਾਂ ਨੂੰ ਸਬ ਇੰਸਪੈਕਟਰ ਦੀ ਨੌਕਰੀ ਵੀ ਆਫਰ ਕੀਤੀ ਗਈ ਸੀ, ਇੱਕ ਲਿਸਟ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਦਾ ਨਾਮ ਵੀ ਆਇਆ। ਤਾਂ ਸਤੀਸ਼ ਸਾਡੇ ਨਾਲ ਨੇ।
ਅੱਜ ਕੱਲ ਰੇੜੀ ਫੜੀ ਲਗਾ ਕੇ ਬੂਟਾਂ ਦੀ ਇੱਕ ਰੇੜੀ ਲਗਾਉਂਦੇ ਨੇ ਤੇ ਉਤੋਂ ਘਰ ਦਾ ਗੁਜ਼ਾਰਾ ਕਰ ਰਹੇ ਨੇ, ਬੇਹੱਦ ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ। ਗੱਲਬਾਤ ਕਰਦੇ ਆ ਸਤੀਸ਼ ਭਾਈ, ਕਿੰਨੇ ਕੁ ਮੈਡਲ ਜਿੱਤੇ ਨੇ, ਕਿਹੜੀ ਗੇਮ ਦੇ ਵਿੱਚ ਜਿੱਤੇ ਨੇ? ਸਰ ਸੌਫਟਬਾਲ ਮੇਰੀ ਗੇਮ ਹੈ, ਠੀਕ ਆ। ਮੈਡਲਾਂ ਦੀ ਗਿਣਤੀ ਮੈਂ ਅੱਜ ਤੱਕ ਨਹੀਂ ਕਰ ਸਕਿਆ ਕਿਉਂਕਿ ਇੰਨਾ ਸਮਾਂ ਹੀ ਨਹੀਂ ਮਿਲਿਆ, ਕਿਉਂਕਿ ਜਦੋਂ ਮੈਡਲ ਜਿੱਤ ਕੇ ਆਉਂਦੇ ਸੀਗੇ, ਠੀਕ ਹੈ ਨਾ, ਉਹ ਤੋਂ ਬਾਅਦ ਰੋਟੀ ਦੀ ਫਿਕਰ ਪੈ ਜਾਂਦੀ ਸੀ ਕਿ ਵੀ ਰੋਟੀ ਵੀ ਕਮਾਉਣੀ ਪੈਂਦੀ ਸੀਗੀ, ਠੀਕ ਹੈ ਨਾ। ਘਰ ਦੀ ਖਸਤਾ ਹਾਲਤ ਤੁਸੀਂ ਦੇਖ ਲਈ ਆ, ਖੁਦ ਦੇਖ ਲਈ ਆ, ਅੱਖਾਂ ਨਾਲ ਦੇਖੀ ਆ ਕਿ ਵੀ ਹਾਂ ਵੀ ਜਿਹੜੇ ਵੀ ਮੀਡੀਆ ਕਰਮੀ ਮੇਰੇ ਘਰ ਦੇ ਵਿੱਚ ਆਏ ਆ, ਉਹ ਕਈ ਤਾਂ ਮੀਡੀਆ ਕਰਮੀ ਇਹੋ ਜਿਹੇ ਵੀ ਸੀਗੇ ਜਿਹੜੇ ਕਿ ਕਮਜ਼ੋਰ ਦਿਲ ਵਾਲੇ ਮੇਰੇ ਵਾਂਗ ਸੀਗੇ ਤੇ ਰੋ ਪੈਂਦੇ ਸੀਗੇ, ਕਿਉਂਕਿ ਹਰ ਇੱਕ ਜਿਹੜਾ ਚਾਹੇ ਉਹ ਮੀਡੀਆ ਕਰਮੀ ਆ, ਚਾਹੇ ਨੇਤਾ ਆ, ਅਭਿਨੇਤਾ ਆ, ਹਰ ਇੱਕ ਇਨਸਾਨ ਕੋ ਦਿਲ ਤਾਂ ਹੁੰਦਾ ਆ, ਠੀਕ ਹੈ ਨਾ, ਤੇ ਕਈ ਵਾਰ ਦਿਲ ਕਮਜ਼ੋਰ ਪੈ ਜਾਂਦਾ ਆ। ਲੇਕਿਨ ਗੱਲ ਇਦਾਂ ਹੈ ਕਿ ਵੀ ਅੱਜ ਕੱਲ੍ਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਰੇੜੀ ਫੜੀ ਲਗਾ ਰਿਹਾ ਸਤੀਸ਼ ਕੁਮਾਰ, ਤੇ ਇਹ ਮਤਲਬ ਅੱਜ ਕੱਲ੍ਹ ਤਾਂ ਮੈਂ ਰੇੜੀ ਫੜੀ ਵੀ ਨਹੀਂ ਲਗਾ ਰਿਹਾ। ਘਰ ਦਾ ਜਿਹੜਾ ਗੁਜ਼ਾਰਾ ਆ ਸਰ, ਮੇਰੇ ਮਾਤਾ ਜੀ ਚਲਾ ਰਹੇ ਆ 300 ਰੁਪਏ ਦਿਹਾੜੀ ਤੇ, ਠੀਕ ਹੈ ਨਾ। ਹੁਣ ਵੀ ਤੁਸੀਂ ਘਰੇ ਆ ਕੇ ਦੇਖਣ ਕਿ ਮੇਰੇ ਮਾਤਾ ਜੀ ਇੱਥੇ ਨਹੀਂ ਹੈਗੇ, ਕਾਰਨ ਕੀ ਹੈ ਕਿ ਮੇਰੇ ਮਾਤਾ ਜੀ ਹੁਣ ਵੀ ਦਿਹਾੜੀ ਤੇ ਗਏ ਹੋਏ 300 ਰੁਪਏ, ਠੀਕ ਹੈ ਨਾ। ਉਹਨਾਂ ਦਾ ਕੀ ਹੈ ਕਿ ਵੀ ਹਾਂ ਵੀ ਪੁੱਤ, ਜੋ ਜਿੱਥੇ ਤੇਰੀ ਸੰਘਰਸ਼ ਦੀ ਕਹਾਣੀ, ਜਿੱਥੇ ਤੂੰ ਮਹੀਨਾ 2-2 ਮਹੀਨਾ ਕੈਂਪ ਲਗਾ ਕੇ, ਠੀਕ ਹੈ ਨਾ, ਤੇ ਜਾ ਕੇ ਤੂੰ ਆਪਣੇ ਇੰਨੇ ਮੈਡਲ ਹਾਸਲ ਕੀਤੇ ਆ, ਤੇ ਹੁਣ ਪੁੱਤ ਇਹ ਜਿਹੜੇ ਰਹਿੰਦੇ 6 ਮਹੀਨੇ ਹੈਗੇ ਸਰਕਾਰ ਦੇ, ਇਹਨਾਂ 6 ਮਹੀਨਿਆਂ ਦੇ ਅੰਦਰ ਨਾ ਤੂੰ ਹੋਰ ਸੰਘਰਸ਼ ਕਰ, ਠੀਕ ਹੈ ਨਾ, ਕਿ ਕੈਪਟਨ ਸਾਹਿਬ ਨੂੰ ਮਿਲ, ਚਾਹੇ ਸਪੋਰਟਸ ਮਿਨਿਸਟਰ ਸਾਹਿਬ ਨੂੰ ਮਿਲ, ਤੇ ਜਾ ਕੇ ਗੁਹਾਰ ਲਗਾ ਕੇ ਮੇਰਾ ਹੱਕ ਮੈਨੂੰ ਦੇ ਦਿੱਤਾ ਜਾਵੇ। ਸਰ ਗੱਲ ਇਦਾਂ ਹੈ ਕਿ ਵੀ ਹਾਂ ਵੀ ਦੇਖੋ ਜਿਹੜੀ ਕਹਾਣੀ ਆ ਮੇਰੀ, ਠੀਕ ਹੈ ਨਾ, ਇੰਨੀ ਮੋਟੀਵੇਸ਼ਨ ਮੇਰੇ ਤੋਂ ਕਿੱਥੋਂ ਮਿਲਦੀ ਆ? ਮੇਰੀ ਮਾਤਾ ਜੀ ਤੋਂ, ਠੀਕ ਹੈ ਨਾ। ਮੈਂ ਇੱਕੋ ਹੀ ਮਤਲਬ ਕਿ ਮੰਗ ਕਰਦਾ ਆ ਰੱਬ ਤੋਂ, ਠੀਕ ਹੈ ਨਾ, ਕਿ ਵੀ ਰੱਬ ਕੋਲੋਂ ਪਹਿਲਾਂ ਮੰਗਣਾ ਚਾਹੀਦਾ ਆ, ਸ਼ਾਇਦ ਉਹ ਪਹਿਲਾਂ ਸੁਣਦਾ ਆ, ਠੀਕ ਹੈ ਨਾ। ਇਹੀ ਗੁਹਾਰ ਲਗਾਉਣਾ ਆ ਕਿ ਰੱਬਾ, ਠੀਕ ਹੈ ਨਾ, ਜਿਹੜੇ ਵੀ ਜਨਮ ਦੇ ਵਿੱਚ ਮੈਨੂੰ ਜਨਮ ਦਵੇਂ, ਮੇਰੀ ਮਾਂ ਇਹੀ ਹੋਵੇ। ਅੱਛਾ ਭਾਈ, ਕਹਾਣੀ ਕੀ ਹੈ? ਇੰਨੇ ਮੈਡਲ ਜਿੱਤੇ, ਇੰਨੀ ਮਿਹਨਤ ਕੀਤੀ, ਇਹਨਾਂ ਮੈਡਲਾਂ ਦੇ ਵੱਟੇ ਕੁਝ ਦਿੱਤਾ ਸਰਕਾਰ ਨੇ ਅੱਜ ਤੱਕ? ਸਰ ਗੱਲ ਇਦਾਂ ਆ, ਸਰਕਾਰ ਨੇ ਤਾਂ ਹਾਲੇ ਤੱਕ ਕੁਝ ਦਿੱਤਾ ਨਹੀਂ, ਲੇਕਿਨ ਲੋਕਾਂ ਨੇ ਦੁਆਵਾਂ ਬਹੁਤ ਦਿੱਤੀਆਂ, ਠੀਕ ਹੈ ਨਾ। ਲੋਕਾਂ ਦਾ ਇੰਨਾ ਪਿਆਰ ਦੇਖ ਕੇ ਨਾ, ਮਤਲਬ ਇੰਨਾ ਲੋਕਾਂ ਦਾ ਮਤਲਬ ਕਿ ਉਤਸ਼ਾਹ ਵੀ ਸੀਗਾ, ਮੇਰੇ ਲਈ ਪਿਆਰ ਸੀਗਾ, ਠੀਕ ਹੈ, ਕਿ ਵੀ ਹਾਂ ਵੀ ਉਹਨਾਂ ਨੇ ਮੇਰੀ ਜਿਹੜੀ ਕਹਾਣੀ ਸੁਣੀ ਕਿ ਵੀ ਹਾਂ ਇਹ ਬੱਚੇ ਨੇ 5 ਰੁਪਏ ਦਿਹਾੜੀ ਦੇ ਕੰਮ ਕਰਕੇ, ਠੀਕ ਹੈ ਨਾ, ਉਸ ਤੋਂ ਬਾਅਦ ਪੈਡਲ ਬਣਾ ਕੇ, ਕਾਰਾਂ ਸਾਫ਼ ਕਰਕੇ, ਚਾਹ ਵੇਚ ਕੇ, ਗੱਡੀਆਂ ਵਿੱਚ ਦਾਲਾਂ ਵੇਚ ਕੇ, ਫੋਟੋਗ੍ਰਾਫਸ ਵੇਚ ਕੇ, ਠੀਕ ਹੈ ਨਾ, ਉਸ ਤੋਂ ਬਾਅਦ ਮਤਲਬ ਕਿ ਇਹ ਬੱਚਾ ਇੰਨਾ ਅੱਗੇ ਆਇਆ, ਠੀਕ ਹੈ ਨਾ। ਅੱਜ ਉਸ ਤੋਂ ਬਾਅਦ +2 ਤੋਂ ਬਾਅਦ ITI ਕੀਤੀ, ITI ਤੋਂ ਬਾਅਦ BA BP ਐਮਪੀਐਡ ਐਮਫਿਲ ਤੱਕ ਕੀਤੀ, ਤੇ ਐਮਫਿਲ ਕਰਨ ਤੋਂ ਬਾਅਦ ਵੀ ਇਹਨੂੰ ਜੋਬ ਦਾ ਜਿਹੜਾ ਹੱਲ ਨਹੀਂ ਹੋਇਆ। ਉਸ ਤੋਂ ਬਾਅਦ ਵੀ ਇਹ ਜੁੱਤੀਆਂ ਵੇਚਣ ਲੱਗ ਗਿਆ ਰੋਡ ਤੇ, ਯਾਨੀ ਕਿ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਕਿ ਜਿੱਥੇ ਬੱਚੇ ਇੰਨਾ ਹਾਰ ਥੱਕ ਕੇ, ਠੀਕ ਹੈ ਨਾ, ਨਸ਼ਿਆਂ ਵੱਲ ਚਲੇ ਜਾਂਦੇ ਆ, ਇਹ ਬੱਚਾ ਨਾ ਤਾਂ ਹਾਰਿਆ ਤੇ ਨਾ ਥੱਕਿਆ। ਇਹ ਪੰਜਾਬ ਦੀ ਆਵਾਜ਼ ਨੂੰ, ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਿਹਾ। ਤੇ ਮੈਂ ਇਹੀ ਕਹਿਣਾ ਵਾ ਕਿ ਵੀ ਹਾਂ ਵੀ ਕਹਿੰਦੇ ਸਮਾਂ ਜਿੰਨਾ ਵੀ ਮਾੜਾ ਹੋਵੇ, ਤੁਸੀਂ ਨਾ ਮਤਲਬ ਕਿ ਹਾਰ ਨਾ ਮੰਨੋ। ਤੁਸੀਂ ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਠੀਕ ਹੈ ਨਾ, ਹਾਰਨ ਵਾਲਿਆਂ ਦੀ ਨਹੀਂ ਹੈਗੀ, ਠੀਕ ਹੈ ਨਾ। ਆਪਣੇ ਸ਼ਹੀਦਾਂ ਦੀ ਆਪਾਂ ਜਿਹੜੀ ਕਿ ਆਨ ਬਾਨ ਸ਼ਾਨ ਨੂੰ ਵਧਾਈਏ, ਜਿਹੜੇ ਸ਼ਹੀਦ ਸਾਡੇ ਲਈ ਜਾਨਾਂ ਦੇ ਗਏ, ਠੀਕ ਹੈ ਨਾ। ਇਹਨਾਂ ਜਵਾਨੀਆਂ ਦੇ ਖਾਤਰ ਕਿ ਵੀ ਹਾਂ ਵੀ ਇਹਨਾਂ ਜਵਾਨੀਆਂ ਦਾ ਭਵਿੱਖ ਬਣਨਾ ਚਾਹੀਦਾ ਆ। ਉਹਨਾਂ ਦੇ ਲਈ ਉਹਨਾਂ ਨੇ ਯਾਨੀ ਕਿ ਜਿਹੜੇ ਫਾਂਸੀ ਦੇ ਫੰਦੇ ਤੱਕ, ਠੀਕ ਹੈ ਨਾ, ਗਲਾਂ ਦੇ ਵਿੱਚ ਪਾਲੇ ਕਿਹਦੇ ਲਈ ਪਾਏ ਸੀਗੇ? ਪੰਜਾਬ ਵਾਸੀਆਂ ਲਈ ਪਾਏ ਸੀ ਨਾ, ਠੀਕ ਹੈ ਨਾ। ਤੇ ਉਹ ਮਤਲਬ ਕਿ ਉਸ ਜਿਹੜੇ ਫਾਂਸੀ ਦੇ ਫੰਦੇ ਨੂੰ ਚੂਮ ਗਏ, ਠੀਕ ਹੈ ਨਾ, ਗਲੇ ਵਿੱਚ ਪਾ ਗਏ, ਠੀਕ ਹੈ ਨਾ, ਸਾਡੇ ਹੱਕਾਂ ਲਈ ਲੜਦੇ ਸੀਗੇ। ਤਾਂ ਕੀ ਗੱਲ ਅੱਜ ਅਸੀਂ ਆਪਣੇ ਹੱਕਾਂ ਦੀ ਆਵਾਜ਼ ਤੱਕ ਨਹੀਂ ਚੱਕਦੇ? ਕੀ ਗੱਲ ਅਸੀਂ ਜਿਹੜੇ ਹੋਰ ਖਿਡਾਰੀ ਜਿਵੇਂ ਪੈਰਾਲੰਪਿਕ ਦੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਠੀਕ ਹੈ ਨਾ, ਉਹਨਾਂ ਬੱਚਿਆਂ ਲਈ ਅਸੀਂ ਆਵਾਜ਼ ਉਠਾਉਂਦੇ ਹਾਂ ਕਿ ਵੀ ਹਾਂ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਆ। ਗੱਲ ਪਤਾ ਕੀ ਹੈ ਸਰ, ਕਿ ਵੀ ਹਾਂ ਵੀ ਅਸੀਂ ਇਹ ਨਹੀਂ ਕਿ ਵੀ ਹਾਂ ਵੀ ਤਰਸ ਦੇ ਆਧਾਰ ਤੇ ਕਈਆਂ ਨੂੰ ਨੌਕਰੀ ਦਿੱਤੀ ਗਈ, ਠੀਕ ਹੈ ਨਾ। ਅਸੀਂ ਕਹਿੰਦੇ ਹਾਂ ਕਿ ਵੀ ਚਲੋ ਤਰਸ ਦੇ ਆਧਾਰ ਤੇ ਉਹਨਾਂ ਦੇ ਅੱਜ ਤੁਹਾਨੂੰ ਤਰਸ ਆ ਗਿਆ, ਸਾਨੂੰ ਗਿਲਾ ਸ਼ਿਕਵਾ ਨਹੀਂ। ਘੱਟੋ ਘੱਟ ਸਰਕਾਰਾਂ ਨੇ ਮਤਲਬ ਕਿ ਵਧੀਆ ਤਾਂ ਕੀਤਾ ਨਾ ਕਿ ਵੀ ਉਹਨਾਂ ਨੂੰ ਕਿ ਵੀ ਹਾਂ ਦਿੱਤੀ ਨੌਕਰੀਆਂ, ਲੇਕਿਨ ਜਿਨ੍ਹਾਂ ਨੂੰ ਮਤਲਬ ਕਾਬਲੀਅਤ ਦੇ ਆਧਾਰ ਤੇ ਨਾ ਨੌਕਰੀ ਦੇਣੀ ਚਾਹੀਦੀ ਆ, ਉਹਨਾਂ ਦਾ ਵੀ ਹੱਕ ਬਣਦਾ ਆ। ਅੱਜ ਕਿੰਨੇ ਹੀ ਕਾਬਲ ਬੱਚੇ ਆ, ਠੀਕ ਹੈ ਨਾ, ਕਈ ਬੱਚੇ ਜੀਰੀ ਲਾ ਰਹੇ ਆ, ਕਈ ਝੋਨਾ ਲਾ ਰਹੇ ਆ, ਨੈਸ਼ਨਲ ਗੋਲਡ ਮੈਡਲਿਸਟ, ਇੰਟਰਨੈਸ਼ਨਲ 'ਚ ਵੀ ਹੈਗੇ ਆ, ਠੀਕ ਹੈ ਨਾ, ਇਹੋ ਜਿਹੇ ਪਲੇਅਰ, ਠੀਕ ਹੈ ਨਾ। ਉਹ ਦਿਵਿਆਂਗ ਪਲੇਅਰ, ਵਿਕਲਾਂਗ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਨੂੰ, ਦਿਵਿਆਂਗ ਪਲੇਅਰ, ਠੀਕ ਹੈ ਨਾ। ਦਿਵਿਆਂਗ ਪਲੇਅਰ ਜਿਹੜੇ ਕਿ ਮਤਲਬ ਸਬਜ਼ੀ ਫੜੀਆਂ ਦੀ ਰੇਹੜੀ ਲਗਾ ਰਹੇ ਆ। ਮੈਂ ਸਭ ਦੀ ਉਹਨਾਂ ਦੀ ਆਵਾਜ਼ ਕਹਿਣਾ ਵਾ ਕਿ ਵੀ ਹਾਂ ਪ੍ਰਮਾਤਮਾ ਨਾ ਉਹਨਾਂ ਨੂੰ ਨਾ, ਤੇ ਮਤਲਬ ਉਹਨਾਂ ਨੂੰ ਤੁਹਾਨੂੰ ਵੀ ਸਰਕਾਰ ਨੇ, ਜਦੋਂ ਤੁਸੀਂ ਨੈਸ਼ਨਲ 골ਡ ਮੈਡਲਿਸਟ ਬਣੇ ਸੀਨੀਅਰ ਦੇ ਵਿੱਚ, ਉਦੋਂ ਸਰਕਾਰ ਦੇ ਵੱਲੋਂ ਨੌਕਰੀ ਦਾ ਵੀ ਐਲਾਨ ਕੀਤਾ ਗਿਆ ਸੀ। ਕੀ ਨੌਕਰੀ ਸੀ, ਕਿਹੜੀ ਸਰਕਾਰ ਸੀ ਉਦੋਂ ਪੰਜਾਬ? ਸਰ ਉਸ ਵੇਲੇ ਨਾ 125 ਪੋਸਟਾਂ ਕੱਢੀਆਂ ਗਈਆਂ ਸੀਗੀਆਂ, ਬਾਦਲ ਸਰਕਾਰ ਸੀਗੀ ਉਸ ਵੇਲੇ, ਠੀਕ ਹੈ। ਤੇ ਉਸ ਵੇਲੇ ਨਾ ਮਤਲਬ ਕਿ ਸਾਡਾ ਨਾਮ ਆਇਆ ਸਬ ਇੰਸਪੈਕਟਰ ਦੀ ਜੌਬ ਦੇ ਲਈ, ਠੀਕ ਹੈ। ਲੇਕਿਨ ਆਂਦੇ ਆਂਦੇ ਚੋਣ ਜਾਬਤਾ ਲੱਗ ਗਿਆ ਸਰ, ਠੀਕ ਹੈ ਨਾ। ਚੋਣ ਜਾਬਤੇ ਦੇ ਵਿੱਚ ਸਰ ਪਤਾ ਨਹੀਂ ਕੀ ਧਾਂਦਲੀ ਹੋਈ ਕਿ ਨਹੀਂ ਹੋਈ, ਠੀਕ ਹੈ ਨਾ। ਬਾਕੀਆਂ ਨੂੰ ਮਤਲਬ ਕਿ ਲੈਟਰਸ ਦੇ ਦਿੱਤੀਆਂ ਗਈਆਂ, ਲੇਕਿਨ ਸੌਫਟਬਾਲ ਦੇ ਖਿਡਾਰੀਆਂ ਨੂੰ ਮਤਲਬ ਕਿ ਇਗਨੋਰਿਆ ਗਿਆ ਉਹਦੇ ਵਿੱਚ। ਈਵਨ ਦੈਨ ਕਿ ਐਡਵਰਟਾਈਜ਼ਮੈਂਟ 'ਚ ਵੀ ਹੈਗਾ ਨਾਮ ਸੌਫਟਬਾਲ ਦਾ। ਤੇ ਉਸੇ ਗੱਲੋਂ ਮਤਲਬ ਕਿ
ਦੁੱਖ ਜਿਹੜਾ ਹੁੰਦਾ ਸੀਗਾ ਕਿ ਵੀ ਹਾਂ ਵੀ ਯਾਰ ਸਾਡਾ ਹੱਕ ਕਿੱਥੇ ਆ ਯਾਨੀ ਲਿਸਟ ਬਣਾਈ ਸੀ 125 ਦੇ ਵਿੱਚ ਨਾਂ ਸੀਗਾ ਤੁਹਾਡਾ ਸਬ ਇੰਸਪੈਕਟਰ। ਯਾਰ ਬਿਲਕੁਲ ਸੀਗਾ, ਠੀਕ ਹੈ ਨਾ। ਜਿਹੜਾ ਕੋਈ ਇਸ ਗੱਲ ਦੀ ਡਿਮਾਂਡ ਕਰਦਾ ਕਿ ਵੀ ਹਾਂ ਉਹ ਲਿਸਟ ਦਿਖਾਓ, ਮੈਂ ਉਹਨਾਂ ਨੂੰ ਲਿਸਟ ਦਿਖਾ ਦਾਂਗਾ, ਠੀਕ ਹੈ ਨਾ। ਮੇਰਾ ਪਰਸਨਲ ਨੰਬਰ ਕਿਸੇ ਨੂੰ ਵੀ ਤੁਸੀਂ ਦੇ ਦਿਓ, ਕਮੈਂਟ ਦੇ ਵਿੱਚ ਕੋਈ ਮੰਗੇ ਨਾ ਕੋਈ ਲਿਸਟ ਦਿਖਾਓ, ਮੈਂ ਉਹ ਲਿਸਟ ਦਿਖਾ ਦਾਂਗਾ। ਆ ਮੈਡਲ ਉਹਨਾਂ ਦੇ ਗਵਾਹ ਹੈਗੇ ਸਰ, ਠੀਕ ਹੈ ਨਾ। ਹਿੰਦੁਸਤਾਨ ਦਾ ਕੋਈ ਕੋਨਾ ਐਸਾ ਨਹੀਂ ਹੈਗਾ ਜਿੱਥੇ ਮੈਂ ਜਾਂ ਮੇਰੇ ਬੱਚੇ, ਠੀਕ ਹੈ ਨਾ, ਮੈਂ ਕੋਚਿੰਗ ਵੀ ਕਰਦਾ ਸੀਗਾ ਤੇ ਬਈ ਉਹ ਮੈਡਲ ਨਾ ਜਿੱਤ ਕੇ ਆਏ, ਅਸੀਂ ਪੰਜਾਬ ਦਾ ਨਾਮ ਰੋਸ਼ਨ ਨਾ ਕੀਤਾ ਹੋਵੇ, ਠੀਕ ਹੈ ਨਾ। ਆ ਟਰਾਫੀਜ਼ ਜਿਹੜੀ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਸਰ ਕਿ ਵੀ ਹਾਂ ਵੱਖ-ਵੱਖ ਤਰ੍ਹਾਂ ਦੀਆਂ ਟਰਾਫੀਜ਼ ਹੈਗੀਆਂ। ਯਾਨੀ ਕਿ ਘਰ ਦੇ ਹਾਲਾਤਾਂ ਦੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਨਾ, ਠੀਕ ਹੈ ਨਾ, ਘਰ ਦੇ ਹਾਲਾਤ ਬਹੁਤ ਖਸਤਾ ਸੀਗੇ। ਮੇਰੇ ਫਾਦਰ ਸਾਹਿਬ ਨੂੰ ਕੈਂਸਰ ਸੀਗਾ ਸਰ, ਠੀਕ ਹੈ ਨਾ। ਮਤਲਬ ਅਸੀਂ ਮਤਲਬ ਕਿ ਜਿੱਥੇ ਸਮਾਜ ਨਾਲ ਲੜਦੇ ਪਏ ਸੀਗੇ, ਭੁੱਖਮਰੀ ਨਾਲ ਲੜਦੇ ਪਏ ਸੀਗੇ, ਉੱਥੇ ਅਸੀਂ ਪਿਤਾ ਜੀ ਦੀ ਬਿਮਾਰੀ ਨਾਲ ਵੀ ਲੜ ਰਹੇ ਸੀਗੇ ਸਰ। ਮੈਂ ਇੱਕ ਹਾਦਸਾ ਤੁਹਾਨੂੰ ਮੈਂ ਦੱਸਦਾ ਵਾਂ ਕਿ ਮੈਂ ਇੱਥੇ ਹੀ ਬੈਠਾ ਸੀਗਾ, ਦੀਵੇ ਦੀ ਰੋਸ਼ਨੀ ਵਿੱਚ ਪੜ੍ਹ ਰਿਹਾ ਸੀਗਾ ਤੇ ਮੇਰੇ ਫਾਦਰ ਸਾਹਿਬ ਸਾਹਮਣੇ ਬੈਠੇ ਸੀ, ਉਹ ਇੱਥੇ ਗਲੇ ਦਾ ਕੈਂਸਰ ਸੀਗਾ, ਉਹ ਹਰਾ ਰਹੇ ਸੀਗੇ ਦਰਦ ਦੇ ਨਾਲ, ਠੀਕ ਹੈ ਨਾ। ਤੇ ਉਹ ਪਤਾ ਹੀ ਕਹਿੰਦੇ ਪੁੱਤ ਸਾਰਾ ਕੁਝ ਛੱਡ, ਮੇਰੇ ਦਰਦ ਬਹੁਤ ਹੁੰਦਾ ਪਿਆ, ਠੀਕ ਹੈ ਨਾ। ਤੇ ਮੇਰੇ ਕਹਾੜਾ ਮਾਰ ਕੇ ਨਾ ਮੈਨੂੰ ਇਸ ਜ਼ਿੰਦਗੀ ਤੋਂ ਮੁਕਤ ਕਰ ਦੇ। ਯਾਨੀ ਕਿ ਉਸ ਪੁੱਤ ਦੇ ਜਵਾਨ ਪੁੱਤ ਤੇ ਕੀ ਬੀਤਦੀ ਹੋਏਗੀ ਕਿ ਵੀ ਜਿਹਦਾ ਫਾਦਰ ਮਤਲਬ ਕਿ ਇਹ ਕਹਿ ਰਿਹਾ ਆ। ਕਾਰਨ ਕੀ ਸੀਗਾ, ਉਹ ਵੀ ਮਤਲਬ ਤਾਂ ਨਹੀਂ ਕਰ ਰਹੇ ਸੀ ਕਿ ਵੀ ਉਹ ਇਸ ਮਤਲਬ ਕਿ ਬਹੁਤ ਜ਼ਿਆਦਾ ਨਾ ਦਰਦ ਦੀ ਸਥਿਤੀ ਦੇ ਵਿੱਚ ਸੀਗੇ, ਠੀਕ ਹੈ ਨਾ। ਕੈਂਸਰ ਦਾ ਉਸ ਵੇਲੇ ਇਲਾਜ ਨਹੀਂ ਸੀਗਾ, 2003 ਦੀਆਂ ਗੱਲਾਂ ਕਰਦਾ। ਤੇ ਉਹਨਾਂ ਨੇ ਮੈਨੂੰ 7ਵੀਂ 'ਚ ਸੀਗਾ, ਯਾਨੀ ਕਿ 5-6 ਸਾਲ ਉਸ ਦਰਦ ਦੇ ਨਾਲ ਕਿਵੇਂ ਜ਼ਿੰਦਗੀ ਕੱਢੀ ਆ। ਮੀਨਸ ਮੈਨੂੰ ਨਾ ਉਹਨਾਂ ਤੋਂ ਇੰਨੀ ਗ੍ਰੇਟ ਮੋਟੀਵੇਸ਼ਨ ਮਿਲਦੀ ਆ ਆਪਣੇ ਮਾਪਿਆਂ ਤੋਂ ਕਿ ਵੀ ਇੰਨੀ ਖਸਤਾ ਹਾਲਤ ਦੇ ਵਿੱਚ ਮੈਂ ਤਾਂ ਚਲੋ ਬੱਚਾ ਸੀਗਾ, ਠੀਕ ਹੈ ਨਾ। ਤੇ ਉਹਨਾਂ ਨੂੰ ਮਤਲਬ ਕਿ ਬਿਮਾਰੀ ਨੂੰ ਵੀ ਝੱਲ ਰਹੇ ਸੀਗੇ, ਠੀਕ ਹੈ ਨਾ। ਉਸ ਤੋਂ ਬਾਅਦ ਮਤਲਬ ਕਿ ਸਮਾਜ ਦਾ ਜਿਹੜਾ ਆਲਾ ਦੁਆਲਾ ਆ ਉਹਨੂੰ ਵੀ ਝੱਲ ਰਹੇ ਸੀਗੇ। ਬਿਨਾਂ ਲਾਈਟ ਦੇ ਅਸੀਂ ਰਹਿ ਰਹੇ ਸੀ, ਉਹ ਵੀ ਬਰਦਾਸ਼ਤ ਕਰ ਰਹੇ ਸੀਗੇ। ਸਾਰਾ ਕੁਝ ਜਰਦੇ ਹੋਏ ਜੇ ਮੇਰੇ ਮਾਤਾ ਪਿਤਾ ਨੇ ਸੰਘਰਸ਼ ਕੀਤਾ ਆ ਤੇ ਅੱਜ ਮੈਂ ਉਹ ਸੰਘਰਸ਼ ਨੂੰ, ਠੀਕ ਹੈ ਨਾ, ਆਪਣੀ ਜੌਬ ਦੇ ਵਿੱਚ ਜਾਂ ਫਿਰ ਉਸ ਮਿਹਨਤ ਦੇ ਵਿੱਚ ਜੇਕਰ ਮੈਂ ਪ੍ਰਮੋਟ ਨਾ ਕਰ ਸਕਿਆ ਤਾਂ ਫਿਰ ਮੇਰੇ ਲਈ ਵੀ ਮਾੜੀ ਗੱਲ ਹੈ, ਜਦ ਤੇ ਸਰਕਾਰਾਂ ਲਈ ਵੀ ਮਾੜੀ ਗੱਲ ਹੈ। ਕੈਪਟਨ ਸਰਕਾਰ ਤਾਂ ਕਹਿੰਦੀ ਅਸੀਂ ਬਹੁਤ ਜ਼ਿਆਦਾ ਰੋਜ਼ਗਾਰ ਦਿੱਤਾ ਹੈ, ਪਰ ਖਿਡਾਰੀ ਅੱਜ ਰੁਲਦੇ ਫਿਰਦੇ ਨੇ, ਖਿਡਾਰੀ ਡਾਂਗਾ ਖਾਂਦੇ ਫਿਰਦੇ ਨੇ। ਤੁਹਾਡੀ ਜਿਹੜੇ ਸਪੋਰਟਸ ਮਿਨਿਸਟਰ ਨੇ ਸਾਡੇ ਪੰਜਾਬ ਦੇ ਰਾਣਾ ਗੁਰਮੀਤ ਸੋਢੀ, ਉਹਨਾਂ ਦੇ ਵੱਲੋਂ ਉਹ ਵੀ ਸ਼ਾਇਦ ਕਹਿੰਦੇ ਤੁਹਾਡੀ ਗੇਮ ਦੇ ਨਾਲ ਰਿਲੇਟਡ ਉਹਨਾਂ ਦੇ ਕੋਲ ਅਹੁਦਾ ਵੀ ਸੀਗਾ, ਇਸ ਗੇਮ ਦੇ ਨਾਲ ਰਿਲੇਸ਼ਨ ਸੀਗਾ। ਜ਼ਰੂਰ ਸਰ। ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਪ੍ਰੈਜ਼ੀਡੈਂਟ ਸਾਡੀ ਗੇਮ ਦੇ ਇੰਡੀਆ ਦੇ ਰਹੇ ਨੇ 12 ਸਾਲ ਤੇ ਮੈਂ ਤੇ ਉਹਨਾਂ ਅੱਗੇ ਹੱਥ ਹੀ ਜੋੜਦਾ ਕਿ ਸਰਦਾਰ ਸਾਹਿਬ, ਠੀਕ ਹੈ ਨਾ, ਰਾਣਾ ਗੁਰਮੀਤ ਸਿੰਘ ਸੋਢੀ ਜੀ, ਤੁਸੀਂ ਨਾ ਸਾਡੀ ਤਕਲੀਫ ਨੂੰ ਸਮਝੋ, ਠੀਕ ਹੈ ਨਾ, ਸੁਣੋ ਤੇ ਸਾਡਾ ਕੋਈ ਹੱਲ ਕੀਤਾ ਜਾਵੇ। ਮੈਂ ਤਾਂ ਮਾਨਯੋਗ ਜਿਹੜੇ ਆਪਣੇ ਸੀਐਮ ਸਾਹਿਬ ਹੈਗੇ ਆ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਕਿ ਤੁਸੀਂ ਰਾਜਾ ਹੈਗੇ ਹੋ ਸਟੇਟ ਦੇ, ਤੇ ਰਾਜਾ ਜਿਹੜਾ ਕਿ ਵੀ ਹਾਂ ਵੀ ਇੱਕ ਜਨਤਾ ਦਾ ਖਿਆਲ ਕਰੇ, ਠੀਕ ਹੈ ਨਾ, ਕਿ ਵੀ ਅਸੀਂ ਉਹਨਾਂ ਦੀ ਪ੍ਰਜਾ ਆ, ਅਸੀਂ ਜਨਤਾ ਆ, ਠੀਕ ਹੈ ਨਾ। ਇੱਕ ਸੀਐਮ ਤਾਂ ਫਿਰ ਵੀ ਕੋਈ ਆਂਦੇ ਜਾਂਦੇ ਰਹਿਣਗੇ, ਲੇਕਿਨ ਇੱਕ ਸੀਐਮ ਤੋਂ ਇਲਾਵਾ ਵੀ, ਠੀਕ ਹੈ ਨਾ, ਸਰਦਾਰ ਅਮਰਿੰਦਰ ਸਿੰਘ ਜੀ ਇੱਕ ਰਾਜਾ ਹੈਗੇ ਨੇ, ਠੀਕ ਹੈ ਨਾ। ਮੈਂ ਇੱਕ ਸੀਐਮ ਅੱਗੇ ਵੀ ਤੇ ਇੱਕ ਰਾਜਾ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰਾ ਹੱਲ ਕੀਤਾ ਜਾਵੇ। ਗੁਜ਼ਾਰਾ ਕਿਵੇਂ ਚੱਲ ਰਿਹਾ? ਕਿਉਂਕਿ ਰੇੜੀ ਫੜੀ ਵੀ ਜਿੱਦਾਂ ਲੋਕਡਾਊਨ ਬੰਦ ਹੋ ਗਿਆ, ਉਸ ਤੋਂ ਪਹਿਲਾਂ ਕਿਵੇਂ ਤੁਸੀਂ ਦਿਹਾੜੀਆਂ ਵੀ ਦੱਸਦੇ ਲਾਈਆਂ, ਫੋਟੋਆਂ ਵੀ ਵੇਚੀਆਂ, ਚਾਹ ਵੀ ਵੇਚੀ? ਸਰ ਹੁਣ ਨਾ ਫਿਲਹਾਲ ਨਾ ਸਭ ਕੁਝ ਮੈਂ ਬੰਦ ਕੀਤਾ ਹੋਇਆ ਵਾ। ਆ ਰੇੜੀ ਫੜੀ ਵੀ ਮੈਂ ਨਹੀਂ ਲਗਾ ਰਿਹਾ। ਜਿਹੜਾ ਘਰ ਦਾ ਖਰਚਾ ਹੈ ਮੇਰੇ ਮੰਮੀ ਚਲਾ ਰਹੇ ਆ। ਮੇਰੀ ਮੰਮੀ ਨਾ ਮਤਲਬ ਕਿ ਮੇਰੇ ਰੀਅਲ ਜਿਹੜਾ ਆ ਹੀਰੋ ਆ ਮੇਰੀ ਜ਼ਿੰਦਗੀ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਤੇ ਆਉਣ ਵਾਲੀ ਜ਼ਿੰਦਗੀਆਂ ਦੇ ਵਿੱਚ। ਜਿਹੜੀ ਮੈਂ ਰੱਬ ਅੱਗੇ ਡਿਮਾਂਡ ਕਰਦਾ ਨਾ ਕਿ ਰੱਬਾ ਹਰ ਜਨਮ ਦੇ ਵਿੱਚ ਮੈਨੂੰ ਉਹੀ ਮਾਂ ਦੇਈ ਤੇ ਮੇਰੀ ਜ਼ਿੰਦਗੀ ਵਿੱਚ ਉਹੀ ਮੇਰੇ ਮਾਤਾ ਜੀ ਹੀਰੋ ਰਹਿਣਗੇ ਮੇਰੀ ਲਾਈਫ ਦੇ। ਕਾਰਨ ਕੀ ਆ ਕਿ ਉਹਨਾਂ ਦੇ ਬਾਜ਼ੂਆਂ ਦੇ ਵਿੱਚ ਇੰਨੀ ਜਾਨ ਨਹੀਂ ਰਹੀ ਹੁਣ, ਲੇਕਿਨ ਫਿਰ ਵੀ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਆ। ਕਹਿੰਦੇ ਕਿ ਪੁੱਤ ਤੂੰ ਸੰਘਰਸ਼ ਕਰ, ਠੀਕ ਹੈ ਨਾ। ਮੈਂ ਰੋਜੀ ਰੋਟੀ ਦਾ ਜਿਹੜਾ ਆ ਤੇਰਾ ਹੱਲਾ ਵਿਸੱਲਾ ਕਰਦੀ ਆ, ਠੀਕ ਹੈ ਨਾ। ਰੋਜੀ ਰੋਟੀ ਮੈਂ ਕਮਾਵਾਂਗੀ ਤੇ ਤੂੰ ਸੰਘਰਸ਼ ਕਰ। ਮੁੱਖ ਮੰਤਰੀ ਸਾਹਿਬ ਨੂੰ ਜਾਂ ਫਿਰ ਸਪੋਰਟਸ ਮਿਨਿਸਟਰ ਸਾਹਿਬ ਨੂੰ ਮਿਲ ਤੇ ਆਪਣਾ ਨਾ ਜਿਹੜਾ ਪੁੱਤ ਇਹ ਜਿਹੜਾ ਸੰਘਰਸ਼ ਕਰਕੇ, ਠੀਕ ਹੈ ਨਾ, ਆਪਣੀ ਜਿੱਤ ਨੂੰ ਜਿਹੜਾ ਕਿ ਵੀ ਨੌਕਰੀ ਜਿਹੜੀ ਮੇਰੀ ਨਿਕਲੀ ਸੀਗੀ, ਠੀਕ ਹੈ ਨਾ, ਉਹਨੂੰ ਪ੍ਰਾਪਤ ਕਰ, ਠੀਕ ਹੈ। ਮੈਂ ਮਾਨਯੋਗ ਜਿਹੜੇ ਸਪੋਰਟਸ ਮਿਨਿਸਟਰ ਸਾਹਿਬ, ਮਾਨਯੋਗ ਜਿਹੜੇ ਆਪਣੇ ਸੀਐਮ ਸਾਹਿਬ ਨੂੰ ਇਹੀ ਰਿਕਵੈਸਟ ਕਰਦਾ ਵਾਂ ਕਿ ਜਿਹੜੀ ਮੇਰੀ ਮੈਂ ਇਹ ਨਹੀਂ ਕਹਿੰਦਾ ਕਿ ਨੌਕਰੀਆਂ ਮੇਰੀ ਹੋਰ ਕੱਢੋ, ਜਿਹੜੀ ਨੌਕਰੀਆਂ ਵਿੱਚ ਮੇਰਾ ਨਾਮ ਹੈਗਾ ਆ ਉਹਨਾਂ ਨੌਕਰੀਆਂ ਵਿੱਚੋਂ ਮੇਰੀ ਨੌਕਰੀ ਦੇ ਦਿੱਤੀ ਜਾਵੇ। ਮੈਨੂੰ ਹੋਰ ਕੀ ਚਾਹੀਦਾ ਸਰ? ਸਰਕਾਰ ਤਾਂ ਕਹਿੰਦੀ ਨਸ਼ਿਆਂ ਤੋਂ ਹਟਾਉਣ ਦੇ ਲਈ ਆਪਾਂ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ। ਤੁਸੀਂ ਕਿੰਨੀ ਜ਼ਿੰਦਗੀ ਦਾ ਆਪਣਾ ਸੰਘਰਸ਼ ਵਾਲਾ ਟਾਈਮ ਲੰਘਾਇਆ, 골ਡ ਮੈਡਲਿਸਟ ਹੋਣ ਦੇ ਬਾਵਜੂਦ ਵੀ ਸੀਨੀਅਰ ਦੇ ਵਿੱਚ। ਲੱਗਦਾ ਕਿਤੇ ਨਾ ਕਿਤੇ ਫਿਰ ਮਨ ਡੋਲਦਾ, ਸਰਕਾਰ ਦੇ ਵਾਅਦੇ ਕਿਤੇ ਨਾ ਕਿਤੇ ਫਿੱਕੇ ਝੂਠੇ ਵੀ ਪੈਂਦੇ ਨੇ। ਸਰ ਪਤਾ ਕੀ ਗੱਲ ਹੈ, ਮੈਂ ਨਾ ਹਮੇਸ਼ਾ ਉਮੀਦ ਨੂੰ ਆਪਣੀ ਜ਼ਿੰਦਾ ਰੱਖਦਾ ਹੈ, ਮੈਂ ਉਮੀਦ ਨੂੰ ਨਹੀਂ ਮਰਨ ਦਿੰਦਾ, ਠੀਕ ਹੈ ਨਾ। ਯਾਨੀ ਕਿ ਮੈਂ ਤੁਹਾਨੂੰ ਦੱਸਾਂ ਨਾ, ਲਗਾਤਾਰ 95 96 97 ਵਿੱਚ ਮੈਂ ਬੈਸਟ ਐਕਟਰ ਰਿਹਾ, ਠੀਕ ਹੈ। ਉਸ ਤੋਂ ਬਾਅਦ ਮੈਂ ਐਨਸੀਸੀ ਵਿੱਚ ਬੈਸਟ ਕੈਂਪਰ ਰਿਹਾ, ਐਨਐਸਐਸ ਵਿੱਚ ਮੈਂ ਬੈਸਟ ਵਲੰਟੀਅਰ ਰਿਹਾ। ਉਸ ਤੋਂ ਬਾਅਦ ਸਰ ਮੈਂ ਲਗਾਤਾਰ ਮੈਡਲ ਅੰਦਰ ਰਿਹਾ, ਸਕੂਲ ਨੈਸ਼ਨਲ 'ਚ ਮੈਡਲ ਹੈ, ਆਲ ਇੰਡੀਆ ਯੂਨੀਵਰਸਿਟੀ 'ਚ ਮੈਡਲ ਹੈ, ਠੀਕ ਹੈ ਨਾ, ਨੈਸ਼ਨਲ 'ਚ ਮੈਡਲ ਹੈ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੈਡਲਸ ਹੈਗੇ ਆ ਤੇ ਮੈਨੂੰ ਇਸ ਇਲਾਕੇ ਦੇ ਜਿਹੜੇ ਬੱਚੇ ਹੈ ਨਾ ਮੈਨੂੰ ਆਪਣਾ ਰੋਲ ਮਾਡਲ ਸਮਝਦੇ ਆ। ਜੇ ਉਹਨਾਂ ਦਾ ਰੋਲ ਮਾਡਲ ਹੀ, ਠੀਕ ਹੈ ਨਾ, ਅੱਜ ਨਸ਼ਿਆਂ ਵੱਲ ਚੱਲ ਜੇ ਫਿਰ ਉਹ ਬੱਚੇ ਕੀ ਕਰਨਗੇ?
ਉਹ ਮੈਨੂੰ ਦੇਖ ਕੇ ਨਸ਼ਿਆਂ ਵਿੱਚ ਹੀ ਪੈਣਗੇ ਨਾ। ਅੱਜ ਮੈਨੂੰ ਦੇਖ ਕੇ ਬੱਚੇ ਇਹ ਸੋਚਦੇ ਕਿ ਅਸੀਂ ਪੜ੍ਹੀਏ, ਠੀਕ ਹੈ ਨਾ, ਇਹ ਜਿੰਦਾ ਦਾ ਸੰਘਰਸ਼ ਕਰਦੇ ਪਏ ਉੱਦਾਂ ਦਾ ਸੰਘਰਸ਼ ਅਸੀਂ ਕਰੀਏ ਤੇ ਇੱਕ ਦਿਨ ਸਰਕਾਰ ਕੋ ਆਪਣਾ ਹੱਕ ਹਾਸਲ ਕਰੀਏ ਤੇ ਵੀ ਹਾਂ ਵੀ ਨੌਕਰੀਆਂ ਹਾਸਲ ਕਰੀਏ ਤੇ ਆਪਣੇ ਪਰਿਵਾਰਾਂ ਦੀ ਹਾਲਤ ਨੂੰ ਸੁਧਾਰੀਏ। ਮੈਂ ਚਾਹੂੰਗਾ ਇੱਕ ਵਾਰੀ ਡਿਗਰੀਆਂ ਦਿਖਾ ਦਿਓ ਦਰਸ਼ਕਾਂ ਨੂੰ, ਕਿਤੇ ਦਰਸ਼ਕ ਕਿਤੇ ਇਹ ਵੀ ਨਾ ਲੈਣ ਵੀ ਸ਼ਾਇਦ ਇਹ ਮੈਨੂੰ ਲੱਗਦਾ ਵੀ 7ਵੀਂ 8ਵੀਂ 10ਵੀਂ 'ਚ ਪੜ੍ਹਦੇ ਹੋਗੇ ਜੋ ਉਹਦੀਆਂ ਤੁਹਾਨੂੰ ਜਿਹੜੀਆਂ ਇੰਗਲਿਸ਼ ਅਖਬਾਰਾਂ ਨੇ, ਹਿੰਦੀ ਅਖਬਾਰਾਂ ਦੇ ਵੱਲੋਂ ਜਿਹੜਾ ਤੁਹਾਨੂੰ ਕਵਰ ਉਦੋਂ ਕੀਤਾ, ਤੁਹਾਡੀ ਉਪਲਬਧੀਆਂ ਨੂੰ ਦਿਖਾਇਆ। ਬਿਲਕੁਲ ਬਿਲਕੁਲ ਸਰ, ਮੇਰੇ ਛੋਟੇ ਹੁੰਦੇ ਤੋਂ ਨਾ ਮੇਰੇ ਇੰਟਰਵਿਊਜ਼ ਆਣੇ ਸ਼ੁਰੂ ਹੋ ਗਏ ਸੀਗੇ। ਉਦੋਂ ਮੀਡੀਆ ਦਾ ਇੰਨਾ ਮਤਲਬ ਕਿ ਜ਼ਿਆਦਾ ਮਤਲਬ ਕਿ ਹੁੰਦਾ ਵੀ ਨਹੀਂ ਸੀਗਾ ਵੀ ਹਾਂ ਵੀ ਕਿਸੇ ਬੱਚੇ ਦਾ ਇੰਟਰਵਿਊ ਹੁੰਦਾ ਸੀਗਾ, ਠੀਕ ਹੈ ਨਾ। ਤੇ ਮੀਨਸ ਆ ਫਿਰ ਵੀ ਮੈਨੂੰ ਇੱਕ ਮਤਲਬ ਮੇਰੇ ਇੰਟਰਵਿਊ ਹੁੰਦੇ ਸੀਗੇ। ਪਿੱਛੇ ਇੱਕ ਮੈਂ ਖਬਰ ਦੇਖੀ ਹੈ 125 ਖਿਡਾਰੀਆਂ ਦੇ ਰਿਲੇਟਡ ਇੱਕ ਖਬਰ ਸੀਗੀ। ਉਹ ਮਤਲਬ ਯੂਨੀਵਰਸਿਟੀ ਜਿਹੜੇ ਉੱਚੇ ਖਿਡਾਰੀ ਹੈ ਨਾ ਉਹਨਾਂ ਨੂੰ ਮਤਲਬ ਕਿ ਅਵਾਰਡ ਦਿੱਤੇ ਜਾਂਦੇ। ਡਿਗਰੀਆਂ ਇੱਕ ਵਾਰੀ ਮੈਂ ਚਾਹੂੰਗਾ ਦਿਖਾ ਦਿਓ ਜਿਹੜੀ ਐਮਫਿਲ ਤੱਕ ਦੀ ਪੜ੍ਹਾਈ ਬਾਈ ਨੇ ਕੀਤੀ ਹੈ ਔਰ ਅੱਜ ਰੇੜੀ ਫੜੀ ਲਾ ਕੇ ਬੂਟਾਂ ਦੀ ਰੇੜੀ ਲਗਾਉਂਦਾ ਤੇ ਉਹਦੇ ਨਾਲ ਘਰ ਦਾ ਗੁਜ਼ਾਰਾ ਕਰਦਾ। ਦੁੱਖ ਦੀ ਗੱਲ ਹੈ, ਬੜੀ ਤਰਾਸਦੀ ਹੈ ਕਿ ਮਾਂ ਅੱਜ ਵੀ ਦਿਹਾੜੀ ਦੇ ਉੱਤੇ ਗਈ ਆ ਵੀ ਮੇਰਾ ਪੁੱਤ ਸੰਘਰਸ਼ ਕਰ ਰਿਹਾ, ਕਿਤੇ ਇਹਦਾ ਸੰਘਰਸ਼ ਵੀ ਨਾ ਟੁੱਟ ਜੇ ਔਰ ਇਹਨੂੰ ਸ਼ਾਮ ਨੂੰ ਆਉਂਦੇ ਨੂੰ ਮੈਂ ਰੋਜ਼ੀ ਰੋਟੀ ਦਾ ਬੰਦੋਬਸਤ ਵੀ ਇਹਦੇ ਲਈ ਕਰ ਦੇਵਾਂ। ਤਾਂ ਇਹ ਡਿਗਰੀਆਂ ਨੇ ਵੱਖ ਐਸੋਸੀਏਸ਼ਨਸ ਦੇ ਵੱਲੋਂ ਮਿਲੀਆਂ ਹੋਈਆਂ ਨੇ, ਕਿਤੇ ਜਿਹੜੀ ਹੈ ਪਹਿਲੇ ਪ੍ਰਾਈਜ਼ ਦੇ ਹੈ, ਕਿਤੇ ਮੈਰਿਟ ਦੇ ਵਿੱਚ ਹੈ। ਤਾਂ ਇੰਨਾ ਲੰਬਾ ਸੰਘਰਸ਼ ਜਦੋਂ ਖਿਡਾਰੀ ਕਰਦੇ ਨੇ, ਹਰ ਯੂਨੀਵਰਸਿਟੀ ਦੇ ਵਿੱਚ ਪਰਫਾਰਮ ਕੀਤਾ, ਇੰਟਰ ਜਿਹੜਾ ਇੰਡੀਆ ਲੈਵਲ ਤੱਕ, ਨੈਸ਼ਨਲ ਲੈਵਲ ਤੱਕ ਗਏ। ਪਰ ਜਦੋਂ ਸਰਕਾਰ ਨੇ ਨੌਕਰੀ ਦਿੱਤੀ, ਐਲਾਨ ਕੀਤਾ, 125 ਜਿਹੜੇ ਖਿਡਾਰੀਆਂ ਦਾ ਉਸ ਵਿੱਚ ਨਾਮ ਆਇਆ ਤਾਂ ਉਹਦੇ ਵਿੱਚ ਸਤੀਸ਼ ਹੋਰਾਂ ਦਾ ਨਾਮ ਵੀ ਦਰਜ ਸੀਗਾ। ਪਰ ਅੱਜ ਤੱਕ ਸਤੀਸ਼ ਹੋਰਾਂ ਨੂੰ ਸਿਰਫ ਉਹ ਲਿਸਟ ਦੇ ਵਿੱਚ ਹੀ ਨਾਮ ਲੱਭਾ, ਪਰ ਨੌਕਰੀ ਮੈਨੂੰ ਲੱਗਦਾ ਹਕੀਕਤ ਦੇ ਵਿੱਚ ਨੌਕਰੀ ਨਹੀਂ ਮਿਲੀ। ਇਦਾਂ ਹੀ ਹੈ ਬਾਈ? ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਹੈ ਸਰ, ਕਿ ਵੀ ਹਾਂ ਵੀ ਹਾਲੇ ਤੱਕ ਤਾਂ ਮੈਨੂੰ ਉਹ ਵਾਲੀ ਨੌਕਰੀ ਮਿਲੀ ਨਹੀਂ। ਬਾਕੀ ਮੇਰੀ ਆਸ ਨਹੀਂ ਟੁੱਟੀ ਕਿ ਵੀ ਮੇਰੀ ਉਮੀਦ ਹਾਲੇ ਤੱਕ ਜ਼ਿੰਦਾ ਆ, ਠੀਕ ਹੈ ਨਾ। ਜਦ ਤੱਕ ਮੈਂ ਜ਼ਿੰਦਾ ਆ ਉਦੋਂ ਤੱਕ ਮੇਰੀ ਉਮੀਦ ਜ਼ਿੰਦਾ ਆ। ਤੇ ਮੇਰੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਵੀਰ ਨੇ ਉਹ ਵੀ ਨਾ ਇਸ ਗੱਲ ਨੂੰ ਨਿਰਾਸ਼ਤਾ ਲੈ ਕੇ ਆਣ, ਕਿਉਂਕਿ ਭਾਈ ਸਾਹਿਬ ਕਿ ਵੀ ਹਾਂ ਵੀ ਮੈਂ ਕਹਿੰਦਾ ਮੈਂ ਕਿ ਪੰਜਾਬ ਦੇ ਜਿਹੜੇ ਯੂਥ ਹੈਗੇ ਆ ਨਾ ਉਹ ਆਪਣੇ ਨਾ ਕਿ ਵੀ ਹਾਂ ਵੀ ਆਪਣੀ ਉਮੀਦ ਨੂੰ ਹਮੇਸ਼ਾ ਜ਼ਿੰਦਾ ਰੱਖਣ, ਠੀਕ ਹੈ। ਉਹ ਕਿਸੇ ਵੀ ਆਧਾਰ ਦੇ ਉੱਤੇ ਹੈਗੀ ਆ, ਠੀਕ ਹੈ ਨਾ। ਜੇਕਰ ਕਾਬਲੀਅਤ ਦਾ ਆਧਾਰ ਨਾ ਇੱਕ ਦਿਨ ਸਾਹਮਣੇ ਆਏਗਾ ਤੁਹਾਡਾ, ਠੀਕ ਹੈ ਨਾ, ਤੁਸੀਂ ਜਿੱਤੋਗੇ, ਠੀਕ ਹੈ ਨਾ। ਆਪਣੀ ਜਿੱਤ ਨੂੰ ਹਮੇਸ਼ਾ ਬਰਕਰਾਰ ਰੱਖਿਓ, ਆਪਣੇ ਹੌਸਲਿਆਂ ਨੂੰ ਹਮੇਸ਼ਾ ਬਰਕਰਾਰ ਰੱਖਿਓ, ਕਿਉਂਕਿ ਅਸੀਂ ਪੰਜਾਬੀ। ਉਹੀ ਲਿਸਟ ਹੈ ਬਾਈ ਜਿਹਦੇ ਵਿੱਚ ਤੁਹਾਡਾ ਨਾਮ ਆਇਆ ਸੀਗਾ ਸਰਕਾਰੀ ਨੌਕਰੀ? ਹਾਂਜੀ ਹਾਂਜੀ ਸਰ, ਇਹ ਉਹੀ ਲਿਸਟ ਆ ਜਿਹਦੇ ਸਰਕਾਰੀ ਨੌਕਰੀ ਜਿਹੜੀ ਮੇਰਾ ਨਾਮ ਆਇਆ ਸੀਗਾ, ਠੀਕ ਹੈ ਨਾ। ਇਹ ਤਾਂ ਸਰ ਮੈਂ ਤੁਹਾਨੂੰ ਦੱਸਾਂ, ਇਹ ਤਾਂ ਬਸ ਇਹ ਮੇਰੇ ਸਿਰਫ ਸਪੋਰਟਸ ਅਚੀਵਮੈਂਟ ਜਾਂ ਫਿਰ ਕੋਈ ਅਚੀਵਮੈਂਟ ਹੈਗੀ ਨਾ ਉਹਨਾਂ ਦੀ ਫਾਈਲ ਆ। ਹਾਲੇ ਡਿਗਰੀਆਂ ਦੀ ਫਾਈਲ ਤਾਂ ਵੱਖਰੀ ਆ। ਮੈਂ ਤੁਹਾਨੂੰ ਦੱਸਾਂ ਸਰ ਕਿ ਬਹੁਤ ਕੁਝ ਹੈਗਾ ਹਾਲੇ। ਬਾਈ ਚੱਕਰ ਗੇੜੇ ਕਿੰਨੇ ਕੁ ਲਾਏ ਹੋਊਗੇ ਨੌਕਰੀ ਦੇ ਲਈ? ਕਿੰਨੀਆਂ ਕੁ ਠੋਕਰਾਂ ਖਾਧੀਆਂ ਨੌਕਰੀ ਦੇ ਵਾਸਤੇ? ਸਰ 5 ਸਾਲ ਹੋ ਗਏ ਨੌਕਰੀ ਦੇ ਵਾਸਤੇ ਠੋਕਰ ਖਾਂਦਿਆਂ ਨੂੰ, ਠੀਕ ਹੈ ਨਾ। ਤੇ ਹਲੇ ਵੀ ਮੈਂ ਹਾਰਿਆ ਨਹੀਂ, ਮੈਂ ਚੱਲਦਾ ਹੀ ਪਿਆ ਤੇ ਚੱਲਦਾ ਹੀ ਪਿਆ ਬਸ। ਡਰ ਮਨ ਦਾ ਡੋਲਦਾ ਤੇ ਨਹੀਂ ਕਦੀ ਮਨ? ਸਰ ਮੈਂ ਕਿ ਡੋਲਾਂ, ਸ਼ੇਰਨੀ ਦਾ ਦੁੱਧ ਪੀਤਾ ਜੇ, ਠੀਕ ਹੈ ਨਾ। ਮੇਰੀ ਮਾਂ ਸ਼ੇਰਨੀ ਹੈ, ਸ਼ੇਰਨੀ ਦਾ ਦੁੱਧ ਪੀਤਾ, ਠੀਕ ਹੈ ਨਾ। ਡੋਲਦਾ ਨਹੀਂ ਮੈਂ। ਮਨ ਦੇ ਵਿੱਚ ਕਿਤਨਾ ਹੋਊਗਾ ਨਾ ਵੀ ਮਾਂ ਅੱਜ ਜੇ ਮਜ਼ਦੂਰੀ ਕਰ ਰਹੀ ਹੈ ਤਾਂ ਮੈਂ ਮਜ਼ਦੂਰੀ ਤੋਂ ਹਟਾਉਣੀ ਆ, ਉਹਨੂੰ ਸੁੱਖ ਦੇਣਾ ਜ਼ਿੰਦਗੀ ਦਾ, ਨੌਕਰੀ। ਇਹ ਜਿਹੜਾ ਨਾ ਮੇਰਾ ਜਿਹੜੇ ਅੰਦਰਲਾ ਦਰਦ ਮੇਰੇ ਨਾਲ ਛੇੜੋ ਨਾ, ਠੀਕ ਹੈ ਨਾ। ਕਿਉਂਕਿ ਮੇਰੇ ਕੋ ਨਾ ਬਸ ਕਹਿ ਨਹੀਂ ਹੁੰਦੀਆਂ ਕੁਝ ਗੱਲਾਂ, ਠੀਕ ਹੈ ਨਾ। ਪਰ ਹਾਂ ਲੜਦਾ ਰਵਾਂਗਾ, ਉਹ ਮਾਂ ਨੂੰ ਉਹਦਾ ਹੱਕ ਦਿਵਾ ਕੇ ਰਵਾਂਗਾ, ਠੀਕ ਹੈ ਨਾ। ਜਿਹੜੀ ਮਾਂ ਦੇ ਅੱਖਾਂ ਦੇ ਵਿੱਚ ਸੁਪਨੇ ਨਾ, ਜਿਹਨੇ ਦਿਹਾੜੀ ਮਜ਼ਦੂਰੀ ਕਰਕੇ ਇਹ ਸੋਚ ਕੇ ਪੜ੍ਹਾਇਆ ਆ ਕਿ ਵੀ ਹਾਂ ਵੀ ਮੇਰੇ ਬੱਚੇ ਨੂੰ ਮੈਂ ਅਫਸਰ ਬਣਦਾ ਦੇਖਣਾ ਚਾਹੁੰਦੀ ਆ ਤੇ ਅਫਸਰ ਬਣ ਕੇ ਰਵਾਂਗਾ ਬਾਈ, ਠੀਕ ਹੈ ਨਾ। ਉਹ ਮਾਂ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ। ਜਿਸ ਦਿਨ ਦਾ ਸੰਘਰਸ਼ ਹੁਣ ਹੋਰ ਤਿੱਖਾ ਹੋ ਗਿਆ, ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ, ਹਾਲਾਂਕਿ ਇੱਕ ਵਿਧਾਇਕ ਦੇ ਪੁੱਤਰ ਨੇ ਤੇ ਉਹ ਜਿਹੜਾ ਸਟੈਪ ਬੈਕ ਕਰ ਲਿਆ, ਨੌਕਰੀ ਜਿਹੜੀ ਵਾਪਸ ਕਰ ਦਿੱਤੀ। ਦੂਸਰੇ ਵਿਧਾਇਕ ਦੇ ਕੋਲ ਅਜੇ ਤੱਕ ਮੈਨੂੰ ਲੱਗਦਾ ਪੁੱਤਰ ਦੇ ਕੋਲ ਨੌਕਰੀ ਹੈਗੀ ਹੈ। ਹਾਂਜੀ ਹਾਂਜੀ। ਇੱਕ ਪਾਸੇ ਤਰਸ ਦੇ ਆਧਾਰ ਦੇ ਉੱਤੇ ਵਿਧਾਇਕਾਂ ਨੂੰ, ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ, ਤੇ ਦੂਸਰੇ ਪਾਸੇ ਜਿਹੜੇ ਜਿਨ੍ਹਾਂ ਨੇ ਪਸੀਨਾ ਵਹਾਇਆ ਗਰਾਊਂਡਾਂ ਦੇ ਉੱਤੇ, ਪੜ੍ਹਾਈ ਕੀਤੀ, ਮਿਹਨਤ ਕੀਤੀ, ਉਹ ਅੱਜ ਵੀ ਜੌਬਾਂ ਲਈ ਧੱਕੇ ਖਾ ਰਹੇ ਨੇ। ਇਸ ਸੰਘਰਸ਼ ਤੋਂ ਕੋਈ ਆਸ ਦੀ ਕਿਰਨ ਨਜ਼ਰ ਆਈ ਹੈ? ਹਾਲਾਂਕਿ ਤੁਹਾਡਾ ਹੌਸਲਾ ਬਹੁਤ ਬੁਲੰਦ ਹੈ, ਤੁਸੀਂ ਲਗਾਤਾਰ ਸੰਘਰਸ਼ ਕਰਦੇ ਆਏ ਹੋ, ਕਰਦੇ ਵੀ ਹੋ ਔਰ ਕਰਦੇ ਵੀ ਰਹੋਗੇ ਜਦੋਂ ਤੱਕ ਤੁਸੀਂ ਆਪਣੇ ਮੁਕਾਮ ਨੂੰ ਹਾਸਲ ਨਹੀਂ ਕਰ ਲੈਂਦੇ। ਪਰ ਲੱਗਦਾ ਕਿਤੇ ਨਾ ਕਿਤੇ ਇਹ ਹੌਸਲੇ ਦੇ ਉੱਤੇ ਚੋਟ ਵੀ ਵੱਜਦੀ ਹੈ ਥੋੜੀ? ਸਰ ਚੋਟ ਤਾਂ ਥਾਂ ਥਾਂ ਤੇ ਵੱਜਦੀ ਆ, ਲੇਕਿਨ ਉਹ ਤਾਂ ਕਹਿੰਦੇ ਵੀ ਹਾਂ ਲੋਕਾਂ ਦਾ ਪਿਆਰ ਆ, ਠੀਕ ਹੈ ਨਾ, ਜਿਹੜਾ ਕਿ ਮੈਨੂੰ ਉਹ ਦਿੰਦੇ ਆ ਪਿਆਰ, ਤੇ ਮੇਰੀ ਮਾਂ ਦਾ ਆਸ਼ੀਰਵਾਦ ਆ, ਜਿੰਨਾ ਉਹ ਜ਼ਖਮ ਭਰਦੇ ਰਹਿੰਦੇ ਆ ਲਗਾਤਾਰ, ਠੀਕ ਹੈ ਨਾ। ਤਾਂ ਕਰਕੇ ਨਾ ਮੈਂ ਤੇ ਬਸ ਉਮੀਦ ਟੁੱਟਣ ਨਹੀਂ ਦਿੰਦੇ। ਮੈਂ ਕਈ ਵਾਰ ਜੇਕਰ ਹਾਰਿਆ ਥੱਕਿਆ ਵੀ ਹੁੰਨਾ ਨਾ, ਤੇ ਮੇਰੀ ਮਾਂ ਦਾ ਜਦੋਂ ਮੇਰੇ ਮੋਢੇ ਤੇ ਹੱਥ ਪੈ ਜਾਂਦਾ ਹੈ ਨਾ, ਤੇ ਮੇਰੀ ਸਾਰੀ ਥਕਾਨ ਲੈ ਜਾਂਦੀ ਆ, ਤੇ ਮੈਂ ਹੋਰ ਐਕਟਿਵ ਹੋ ਜਾਂਦਾ ਵਾ ਕਿ ਮੈਂ ਕਹਿੰਦਾ ਵਾ ਕਿ ਹਾਂਜੀ ਮਾਤਾ ਜੀ ਤੁਹਾਡਾ ਹੱਕ ਨਾ, ਜਿਹੜੇ ਤੁਸੀਂ ਦੇਖਿਆ ਕਿ ਵੀ ਆਪਣੇ ਸੁਪਨਿਆਂ ਨੂੰ ਸਜਾਇਆ ਕਿ ਮੇਰਾ ਪੁੱਤ ਅਫਸਰ ਬਣੂਗਾ, ਤੇ ਮੈਂ ਬਣ ਕੇ ਦਿਖਾਵਾਂਗਾ ਵੀਰੇ ਤੁਹਾਨੂੰ। ਮਾਂ ਪੁੱਤ ਜੇ ਸਕੂਲ ਪੜ੍ਹਨ ਜਾਵੇ ਉਦੋਂ ਵੀ ਆਸ਼ੀਰਵਾਦ ਦੇ ਕੇ ਤੋਰਦੀ ਹੈ, ਕੋਈ ਪੇਪਰ ਦੇਣ ਜਾਵੇ ਉਦੋਂ ਵੀ ਆਸ਼ੀਰਵਾਦ ਦੇ ਕੇ ਤੋਰਦੀ ਹੈ, ਨੌਕਰੀ ਤੇ ਜਾਵੇ ਉਦੋਂ ਵੀ ਆਸ਼ੀਰਵਾਦ ਤੋਰਦੀ ਹੈ। ਪਰ ਤੁਸੀਂ ਹਰ ਰੋਜ਼ ਸੰਘਰਸ਼ ਤੇ ਨਿਕਲਦੇ ਹੋ ਘਰੋਂ, ਕਿਸ ਤਰੀਕੇ ਦਾ ਮਾਹੌਲ ਹੁੰਦਾ? ਕਿਵੇਂ ਫਿਰ ਮਾਤਾ ਜੀ ਮਿਲਦੇ ਨੇ, ਕਿਵੇਂ ਤੋਰਦੇ ਨੇ, ਕੀ ਕਹਿ ਕੇ ਤੋਰਦੇ ਨੇ? ਸਰ ਇਹੋ ਜਿਹਾ ਕੋਈ ਦਿਨ ਨਹੀਂ ਹੈਗਾ ਕਿ ਜਿੱਦਣ ਮਤਲਬ ਕਿ ਸ਼ਾਮ ਨੂੰ ਜਾਂ ਫਿਰ ਸਵੇਰੇ ਕੋਈ ਐਸਾ ਵੇਲਾ ਨਹੀਂ ਹੈਗਾ ਕਿ ਮੈਂ ਆਪਣੀ ਮਾਤਾ ਦੇ ਪੈਰੀ ਹੱਥ ਲਾ ਕੇ ਨਾ ਨਿਕਲਿਆ ਹਾਂ,
ਠੀਕ ਹੈ ਨਾ। ਤੇ ਮੈਂ ਜਦੋਂ ਮਤਲਬ ਕਿ ਜੋ ਮਤਲਬ ਪੋਜ਼ਿਟਿਵਨੈਸ ਆਂਦੀ ਨਾ ਮੇਰੇ ਦੇ ਵਿੱਚ, ਉਹ ਆਸ਼ੀਰਵਾਦ ਦੇ ਰਾਹੀਂ ਆਂਦੀ ਆ। ਤੇ ਮੈਂ ਤਾਂ ਅੱਜ ਵੀ ਪੰਜਾਬ ਦੇ ਯੂਥ ਨੂੰ ਕਹਿੰਦਾ ਵਾਂ ਕਿ ਵੀ ਕਹਿੰਦੇ ਹਾਂ ਵੀ ਜਿਹੜਾ ਆਪਣੇ ਮਾਪਿਆਂ ਦਾ ਨਹੀਂ ਨਾ ਹੋਇਆ, ਠੀਕ ਹੈ ਨਾ, ਉਹ ਕਿਸੇ ਦਾ ਨਹੀਂ ਹੋ ਸਕਦਾ। ਆਪਣੇ ਮਾਪਿਆਂ ਦੀ ਇੱਜ਼ਤ ਕਰੋ, ਠੀਕ ਹੈ ਨਾ। ਮੈਂ ਇਸੇ ਦੀ ਅਪੀਲ ਕਰਦਾ ਵਾਂ। ਨੌਕਰੀਆਂ ਨਾਕਰੀਆਂ ਤਾਂ ਚਲੋ ਕੋਈ ਨਹੀਂ, ਚੱਲਦੀਆਂ ਰਹਿੰਦੀਆਂ, ਮਿਲਦੀਆਂ ਰਹਿੰਦੀਆਂ, ਲੇਕਿਨ ਅਸੀਂ ਜਿਹੜੀ ਅਸਲੀ ਜਿਹੜੀ ਨੌਕਰੀ ਹੈ ਨਾ, ਸਾਨੂੰ ਆਪਣੇ ਮਾਪਿਆਂ ਦੀ ਕਰਨੀ ਚਾਹੀਦੀ ਆ, ਠੀਕ ਆ। ਆਪਣੇ ਮਾਪਿਆਂ ਨੂੰ ਸੁੱਖ ਦੇਣਾ ਚਾਹੀਦਾ ਆ। ਬਹੁਤੀਆਂ ਕਿਸੇ ਦੀ ਆਲੇ ਦੁਆਲੇ ਵਾਲੇ ਦੀ ਗੱਲਾਂ 'ਚ ਆ ਕੇ ਨਾ ਆਪਣੇ ਮਾਪਿਆਂ ਨੂੰ ਮਤਲਬ ਕਿ ਗੁਨੇਗਾਰ ਨਹੀਂ ਠਹਿਰਾਉਣਾ ਚਾਹੀਦਾ ਕਿਸੇ ਵੀ ਅਦਾਰੇ ਉੱਤੇ, ਠੀਕ ਹੈ ਨਾ। ਗੱਲਾਂ ਬਾਤਾਂ ਚੱਲਦੇ ਰਹਿਣਾ। ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣਾ ਵਾਂ, ਤੁਸੀਂ ਲਾਸਟ ਵਿੱਚ ਮੇਰੇ ਮਾਂ ਦੇ ਪ੍ਰਤੀ ਮੈਂ ਲਿਖੀ ਸੀਗੀ। ਕਹਿੰਦੇ ਜੰਮੇ ਤੇਰੇ ਤੇ ਮਨਾਈਆਂ ਖੁਸ਼ੀਆਂ ਕੇ ਲਾਲ ਮੇਰੇ ਘਰ ਆਇਆ ਈ, ਟਿਕਦਾ ਫਿਰਦਾ ਸਹਿਜਦ ਵਿਹੜੇ 'ਚ ਫੜ ਉਂਗਲ ਤੈਨੂੰ ਪਾਏ ਚਲਾਇਆ ਈ, ਤੂੰ ਗਿਆ ਮੰਦਰ ਸੇ ਆਇਓ ਦੇਰ ਨਹੀਂ, ਤੇ ਮਾਂ ਦਾ ਕਾਲਜਾ ਮੂੰਹ ਨੂੰ ਆਇਆ ਈ। ਜਦ ਜਵਾਨ ਹੋਇਆ ਤੂੰ ਘਰ ਨਾ ਵੜਦਾ, ਜਵਾਨ ਹੋਇਆ ਜਦ ਤੂੰ ਘਰ ਨਾ ਵੜਦਾ, ਤਾਂ ਮਾਂ ਦਾ ਕਾਲਜਾ ਮੂੰਹ ਨੂੰ ਆਇਆ ਈ। ਤੇ ਵਿਆਹ ਤੇਰੇ ਦੀਆਂ ਮਨਾਈਆਂ ਖੁਸ਼ੀਆਂ ਮੁੜ ਤੇਰੇ ਬੱਚਿਆਂ ਤੇ ਹੀ ਖੜਾਇਆ ਈ, ਅੱਜ ਬੁੱਢੜੀ ਹੋਈ ਮਾਂ ਨੂੰ ਤੂੰ ਇੱਕ ਖੂੰਜੇ ਦੇ ਵਿੱਚ ਪਾਇਆ ਈ। ਤਰਸੇ ਉਹ ਦੀਦਾਰ ਨੂੰ ਤੇਰੇ, ਪਰ ਇਹ ਤਾਂ ਦੱਸ ਤੂੰ ਮਾਂ ਦੇ ਦੁੱਧ ਦਾ ਕਿੰਨਾ ਕੁ ਹੱਕ ਜਤਾਇਆ ਈ। ਕੀ ਬਾਤ ਹੈ, ਬਹੁਤ ਖੂਬ ਹੈ। ਪੰਜਾਬ ਸਰਕਾਰ ਤੋਂ ਕੋਈ ਆਸ ਦੀ ਕਿਰਨ ਲੱਗ ਰਹੀ ਹੈ? ਹੁਣ ਕੁਝ ਹਿੱਲਿਆ ਕੋਈ ਸਿਸਟਮ? ਸਰ ਗੱਲ ਇੱਦਾਂ ਆ ਕਿ ਵੀ ਸਿਸਟਮ ਤਾਂ ਲਗਾਤਾਰ ਹਿਲਾਉਣ ਦੀ ਕੋਸ਼ਿਸ਼ ਕਰਦੇ ਆ, ਠੀਕ ਹੈ ਨਾ। ਤੇ ਹਿੱਲੂਗਾ ਵੀ ਸ਼ਾਇਦ ਸਾਡੇ ਲਈ ਨਾ, ਮਤਲਬ ਸਾਡੀ ਜਿਹੜੀ ਨੌਕਰੀ ਆ ਸਾਡੇ ਤੱਕ ਪਹੁੰਚ ਜੂਗੀ, ਸਾਨੂੰ ਉਮੀਦ ਪੂਰੀ ਹੈ ਸਰ। ਗੱਲਬਾਤ ਕਰਨ ਲਈ ਸਤੀਸ਼ ਜੀ ਬਹੁਤ ਬਹੁਤ ਧੰਨਵਾਦ, ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਇਹੀ ਅਸੀਂ ਵੀ ਆਸ ਕਰਦੇ ਹਾਂ ਵੀ ਜੇ ਤੁਸੀਂ ਸੰਘਰਸ਼ ਦੇ ਸ਼ਾਂਤਮਈ ਸੰਘਰਸ਼ ਦੇ ਰਾਹ ਤੇ ਤੁਰੇ ਹੋ ਤਾਂ ਸ਼ਾਂਤਮਈ ਸੰਘਰਸ਼ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਹੱਕ ਨਹੀਂ ਮਿਲਦੇ। ਔਰ ਆਸ ਤੇ ਉਮੀਦ ਪੰਜਾਬ ਸਰਕਾਰ ਤੋਂ ਵੀ ਇਹੀ ਕਰਦੇ ਹਾਂ ਵੀ ਜਿਹੜੇ ਨੌਜਵਾਨਾਂ ਦੇ ਵੱਲੋਂ ਖੇਡਾਂ ਦੇ ਵਿੱਚ ਇੰਨੀਆਂ ਮੱਲਾਂ ਮਾਰੀਆਂ ਗਈਆਂ ਨੇ, ਇੰਨੀਆਂ ਟਰੋਫੀਆਂ ਰੱਖੀਆਂ ਗਈਆਂ ਨੇ, ਇੱਕ ਦੁਖਦਾਈ ਗੱਲ ਹੈ ਵੀ ਬਾਈ ਦਾ ਇਹ ਘਰ ਦੀ ਛੱਤ ਤੱਕ ਵੀ ਡਿੱਗੀ ਸੀ। ਕੁਝ ਟਰੋਫੀਆਂ ਟੁੱਟੀਆਂ ਹੋਣਗੀਆਂ, ਤੁਸੀਂ ਦੇਖੀਆਂ ਹੋਣਗੀਆਂ, ਉਹ ਇਸੇ ਛੱਤ ਡਿੱਗਣ ਦੇ ਕਾਰਨ ਟੁੱਟੀਆਂ। ਬਾਈ ਇਹ ਕਿਵੇਂ ਹਾਦਸਾ ਹੋਇਆ ਸੀ? ਥੋੜਾ ਜਿਹਾ ਮੈਂ ਕਹਿੰਦਾ ਛੋਟੇ ਸ਼ਬਦ। ਸਰ ਪਤਾ ਕੀ ਗੱਲ ਹੈ, ਬਾਲਿਆਂ ਵਾਲੀ ਛੱਤ ਸੀ, ਲਗਾਤਾਰ ਮੀਂਹ ਪੈਂਦਾ ਹੁੰਦਾ ਸੀਗਾ, ਠੀਕ ਹੈ ਨਾ। ਇੱਕ ਦਿਨ ਮੀਂਹ ਕੁਝ ਜ਼ਿਆਦਾ ਪੈ ਗਿਆ, ਜਿੱਦਣ ਮੀਂਹ ਜ਼ਿਆਦਾ ਪਿਆ ਮੈਂ ਇੱਧਰ ਸੀ, ਠੀਕ ਹੈ ਨਾ, ਮੇਰੇ ਮੰਮੀ ਉੱਧਰ ਲੇਟੇ ਹੋਏ ਸੀ, 2 ਮੰਜੇ ਹੁੰਦੇ ਸੀਗੇ ਸਾਡੇ ਘਰ ਦੇ ਵਿੱਚ, ਠੀਕ ਹੈ। ਤੇ ਉਹ ਮਤਲਬ 2 ਹੀ ਮੰਜੇ ਦੀ ਥਾਂ ਆਏ, ਤੁਸੀਂ ਹੁਣ ਵੀ ਦੇਖ ਲਿਆ ਹੋਣਾ, ਠੀਕ ਹੈ ਨਾ। ਤੇ ਉਹ ਛੱਤ ਅਚਾਨਕ ਪਹਿਲਾਂ ਤਾਂ ਮਤਲਬ ਮੀਂਹ ਦੇ ਨਾਲ ਮਤਲਬ ਚੋਂਦੀ ਹੁੰਦੀ ਸੀ ਛੱਤ, ਲੇਕਿਨ ਇੱਕ ਦਿਨ ਐਸਾ ਆਇਆ ਕਿ ਉਹ ਛੱਤ ਹੀ ਡਿੱਗੀ। ਮੇਰੇ ਮੰਮੀ ਦੇ ਵੀ ਥੋੜੀ ਬਹੁਤੀ ਸੱਟਾਂ ਲੱਗੀਆਂ, ਮੇਰੇ ਵੀ ਸੱਟਾਂ ਲੱਗੀਆਂ ਥੋੜੀਆਂ ਬਹੁਤੀਆਂ, ਠੀਕ ਹੈ ਨਾ। ਲੇਕਿਨ ਅਸੀਂ ਕਹਿੰਦੇ ਕਿ ਵੀ ਹਾਂ ਵੀ ਸਮਾਂ ਤਾਂ ਲਗਾਤਾਰ ਸਾਨੂੰ ਠੋਕਰਾਂ ਮਾਰਦਾ ਆਇਆ, ਠੀਕ ਹੈ, ਸਾਡੇ ਸੱਟਾਂ ਮਾਰਦਾ ਆਇਆ, ਲੇਕਿਨ ਉਹ ਸਾਡੀ ਹਿੰਮਤ ਹੈ ਕਿ ਅਸੀਂ ਉਹਨਾਂ ਠੋਕਰਾਂ ਤੋਂ ਉੱਭਰਦੇ ਰਹੇ ਤੇ ਅੱਗੇ ਵੱਧਦੇ ਗਏ। ਕੀ ਬਾਤ ਹੈ, ਸਲਾਮ ਹੈ ਤੁਹਾਡੇ ਹੌਸਲੇ ਨੂੰ ਇੱਕ ਵਾਰ ਫਿਰ। ਤਾਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਤਾਰ ਇਹਨਾਂ ਖਿਡਾਰੀਆਂ ਦੇ ਵੱਲੋਂ ਲਗਾਈ ਜਾ ਰਹੀ ਹੈ ਕਿ ਜਿੱਥੇ ਤੁਸੀਂ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਆਫਰਸ ਦੇ ਰਹੇ ਹੋ, ਨੌਕਰੀਆਂ ਦੇ ਰਹੇ ਹੋ, ਤਾਂ ਉੱਥੇ ਸਾਡੀ ਵੀ ਸੁਣੋ, ਕਿਉਂਕਿ ਸਾਨੂੰ ਤਾਂ 125 ਬੰਦਿਆਂ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਨੂੰ ਤੁਸੀਂ ਸਬ ਇੰਸਪੈਕਟਰ ਜਿਹੜਾ ਉਹ ਬਣਾਇਆ ਗਿਆ ਸੀ। ਬਾਦਲ ਸਰਕਾਰ ਦੇ ਟਾਈਮ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਖੇਡਾਂ ਨੂੰ ਦੇਖਦੇ ਹੋਏ, ਇਹਨਾਂ ਦੀ ਜਿਹੜੇ ਮੁਕਾਮ ਇਹਨਾਂ ਨੇ ਹਾਸਲ ਕੀਤੇ ਸੀ ਉਸਨੂੰ ਦੇਖਦੇ ਹੋਏ ਇਹਨਾਂ ਨੇ 125 ਖਿਡਾਰੀਆਂ ਨੂੰ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਸੀ। ਪਰ ਅੱਜ ਅਗਲੀ ਸਰਕਾਰ ਦਾ ਵੀ ਸਮਾਂ ਪੂਰਾ ਹੋਣ ਜਾ ਰਿਹਾ ਹੈ, ਪਰ ਫਿਰ ਵੀ ਇਹ ਖਿਡਾਰੀ ਸੰਘਰਸ਼ ਹੀ ਕਰ ਰਹੇ ਨੇ। ਜਿੱਥੇ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ, ਜਿਹੜੀ ਨੌਕਰੀ ਮਿਲੀ ਸੀ ਉਸ ਨੂੰ ਪਾਉਣ ਦੇ ਲਈ ਵੀ ਇਹਨਾਂ ਨੂੰ ਦਿਨ ਤੇ ਇੱਕ ਕਰਕੇ ਲਗਾਤਾਰ ਸੜਕਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ। ਪਰ ਨੌਕਰੀ ਜਗ੍ਹਾ ਸਰਕਾਰ ਸਿਰਫ ਇਹਨਾਂ ਨੂੰ ਦੇ ਰਹੀ ਹੈ ਡੰਡੇ ਤੇ ਕੁੱਟਮਾਰ ਪੰਜਾਬ ਪੁਲਿਸ ਦੀ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਲੁਧਿਆਣਾ।